निर्मल निम्मा लंगा दा नॉवल है जात कुजात कांड 6वां। अपनी चाले तुरदे 2 साल मनफी हो गए जिंदगी दे रंगीन खजाने चों। 2 पतझड़ां ने खुशामदीद आखी 2 बहारां नूं बड़ी मुहब्बत नाल। दमों लई ये वक्त टंगिया रहा सूली ते बेकदरे जालम समय दा रस्सा पा के गल विच लटकी रही प्यो दे काम रूपी रुख नाल। लोकां दियां रूह छलनी करदियां टांचां ते रुखेपण ने ਜ਼ਹਿਰ ਘੋਲਤਾ रूह ਦੇ ਨਿਤਰੇ ਪਾਣੀਆਂ 'ਚ। ਨੈਣਾਂ 'ਚ ਭਰਿਆ ਰਿਹਾ ਦਰਦ ਤੇ ਚੀਸਾਂ ਦਾ ਸਮੁੰਦਰ। ਉਹਦੀਆਂ ਮੁੱਠੀ ਭਰ ਆਸਾਂ ਤੇ ਜਦੋਂ ਵੀ ਬੂਰ ਪੈਂਦਾ ਖੁਸ਼ੀਆਂ ਦਾ ਮਾਰ ਦਿੰਦੀ ਜ਼ਖਮੀ ਵਕਤ ਦੀ ਚਾਨਣੀ। ਫਲ ਬਣਨਾ ਉਹਦੇ ਨਸੀਬ ਦਾ ਹੁੰਦਾ। ਰਹਿ ਜਾਂਦੀ ਯਾਦਾਂ ਦੇ ਬਰੇਤਿਆਂ 'ਚ ਸੜਦੀ ਭੁੱਜਦੀ। ਕਦੇ ਲੱਗਦਾ ਦਮੋਂ ਲਈ ਵਕਤ ਜਿਵੇਂ ਖਲੋਤਾ ਰਿਹਾ ਇੱਕ ਥਾਂ ਹੀ ਜਾਮ ਹੋਇਆ ਅਹਿਲ ਤੇ ਸਥਿਰ। ਕੋਈ ਹਰਕਤ ਨਾ ਹੇਰ ਫੇਰ। ਸਮੇਂ ਨੂੰ ਜਿਵੇਂ ਕਿਸੇ ਮਾਰ ਲਿਆ ਹੋਵੇ ਜੱਫਾ। ਪਲ ਪਲ ਸਰਕਦਾ ਪਰ ਮਹਿਸੂਸ ਨਾ ਹੁੰਦਾ। ਕਦੇ ਉਹ ਸੋਚਦੀ ਵਕਤ ਵੀ ਇੱਕ ਅਜੀਬ ਅਨੁਭਵ ਏ, ਸ਼ਕਤੀਸ਼ਾਲੀ ਹਾਲਤਾਂ ਦਾ ਅਨੂਠਾ ਵੇਗ ਏ। ਕਦੇ ਬੰਦਾ ਗੁਜ਼ਰ ਜਾਂਦਾ ਵਕਤ ਚੋਂ ਖਾਮੋਸ਼ੀ, ਕਦੇ ਤੂਫਾਨੀ ਲਹਿਰਾਂ 'ਚ ਰੁੜਦੀ ਜਾਂਦੀ ਕਿਸ਼ਤੀ ਵਾਂਗ ਘਿਰ ਜਾਂਦਾ ਹੈ ਬੰਦਾ ਇਹਦੀਆਂ ਲਹਿਰਾਂ 'ਚ। ਤੇ ਕਦੇ ਵਕਤ ਗੁਜ਼ਰਦਾ ਏ ਪੈਰ ਧਰ ਕੇ ਹਿੱਕ ਤੇ, ਕਦੇ ਚੜ ਕੇ ਛਾਤੀ ਤੇ ਜਾਂਦਾ ਏ ਖਲੋ। ਗੁਜ਼ਰਦਾ ਬੀਤਦਾ ਹੀ ਨਹੀਂ, ਪਲ ਛਿੰਦਾ ਪੈਂਦਾ ਨਹੀਂ ਪਰਛਾਵਾਂ ਵੀ। ਸੁੱਚਾ ਰਿਹਾ ਹੋ ਕੇ ਬਾਹਰ ਆ ਗਿਆ। ਮਸਤੀ ਆਏ ਦਿਨ ਹੋਰ ਧੱਸਦਾ ਗਿਆ ਨਸ਼ਿਆਂ ਦੀ ਜਿਲਣ 'ਚ। ਹੁਣ ਉਹ ਰਹਿੰਦਾ ਜਗੀਰ ਸਰਪੰਚ ਦੀ ਕੋਠੀ। ਦਮੋਂ ਦਿਨ ਰਾਤ ਸਖਤ ਮਿਹਨਤ ਕਰਦੀ, ਚਾਦਰਾਂ ਕੱਢਦੀ ਕੀਮਤੀ। ਜਲਦੀ ਦਮੋਂ ਨਿਕਲ ਗਈ ਇਸ ਮਾਨਸਿਕ ਸੰਕਟ 'ਚੋਂ। ਉਹ ਤੁਰਦੀ ਮਾਣ ਨਾਲ ਸਿਰ ਚੁੱਕ ਕੇ। ਆਰਥਿਕ ਤੌਰ ਤੇ ਕਿਸੇ ਦੀ ਗੁਲਾਮ ਨਹੀਂ ਸੀ। ਕਦੇ ਮਸਤੀ 50-100 ਦੇ ਦਿੰਦਾ। ਤਾਈ ਪਿਆਰੀ ਰੱਬ ਸੀ ਦੋਵਾਂ ਲਈ। ਰੇਖਾ ਤੇ ਪਾਲ ਦੀ ਪੜ੍ਹਾਈ ਦਾ ਵੀ ਰੱਖਦੀ ਬੜਾ ਖਿਆਲ। ਸੁੱਚੇ ਦੇ ਕੈਦ 'ਚੋਂ ਛੁੱਟਣ ਦੀ ਕਨਸੋ ਪੈ ਗਈ ਦਮੋਂ ਦੇ ਕੰਨੀ ਵੀ। ਚਿਹਰੇ ਤੇ ਫੈਲ ਗਈ ਬਿਜਲੀ ਵਰਗੀ ਮੁਸਕਰਾਹਟ। ਸੁੱਚੇ ਨਾਲ ਮਿਲਣੀ ਦੀ ਮਨੋਕਲਪਨਾ ਨੇ ਭਰ ਦਿੱਤਾ ਸੰਤੁਸ਼ਟੀ ਨਾਲ। ਕਦੇ ਗਲੀਆਂ 'ਚ ਡੁੱਲੇ ਹਾਸੇ ਦੀਆਂ ਚਿੱਪਰਾਂ ਆ ਚਿਪਕਦੀਆਂ ਬੁੱਲਾਂ ਤੇ। ਪੌਣਾਂ 'ਚੋਂ ਮਹਿਕ ਆਉਂਦੀ ਯਾਰ ਦੇ ਪਸੀਨੇ ਦੀ। ਯਾਦ ਹੀ ਕਰ ਦਿੰਦੀ ਫੁੱਲ ਵਾਂਗ ਹੌਲਿਆਂ ਭਰ ਦਿੰਦੀ ਮਹਿਕ ਨਾਲ। ਪਤਾ ਨਹੀਂ ਕਿਹੜੇ ਵੇਲੇ ਜਾ ਖਲੋਤੀ ਸ਼ੀਸ਼ੇ ਅੱਗੇ ਘੂਰ ਵੇਖਦੀ ਰਹੀ ਨਕਸ਼ਾਂ ਨੂੰ। ਲੁਕੋ ਕੇ ਰੱਖੀਆਂ ਵਰਿਆਂ ਤੋਂ ਸੁੱਚੇ ਦੀਆਂ ਵੰਗਾਂ ਆਪ ਮੁਹਾਰੇ ਪੈ ਗਈਆਂ ਵੀਣੀਆਂ 'ਚ। ਸੁੱਚੇ ਦੇ ਛੁੱਟਣ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਅੰਗ ਅੰਗ 'ਚ ਉੱਠ ਰਹੀਆਂ ਸੰਗੀਤਕ ਲਹਿਰਾਂ। ਫਿਰ ਸ਼ਰਮਾ ਗਈ ਸੋਚ ਕੇ ਹੁਣ ਤਾਂ ਹੋ ਗਿਆ ਹੋਊ ਪੂਰਾ ਗੱਭਰੂ। ਬੋਲਣਾ ਨਹੀਂ ਆਏ ਨਾਲ। ਲੁਕ ਜਾਊਂ ਬੂਹੇ ਓਲੇ। ਆਪੇ ਸੀਰਤ ਦੇ ਪੱਜ ਬੁਲਾਏਗਾ, ਰੁੱਸੀ ਨੂੰ ਮਨਾਏਗਾ। ਘੁੱਟ ਲਿਆ ਸੀਰਤ ਨੂੰ ਛਾਤੀ ਨਾਲ ਸੁੱਚੇ ਦਾ ਵਜੂਦ ਸਮਝ ਕੇ। ਆਨੇ ਬਹਾਨੇ ਦਮੋਂ ਚੱਕਰ ਮਾਰਦੀ ਗਲੀ 'ਚ। ਕਦੇ ਚਲੀ ਜਾਂਦੀ ਚੌਂਕ ਤੱਕ ਵੀ ਇੱਕ ਝਲਕ ਦੇਖਣ ਲਈ ਸੁੱਚੇ ਦੀ, 2 ਬੋਲ ਸਾਂਝੇ ਕਰਨ ਦੀ ਸੱਦਰ ਨਾਲ। ਪਰ ਸੁੱਚਾ ਜਿਵੇਂ ਧੱਸ ਗਿਆ ਹੋਵੇ ਧਰਤੀ 'ਚ। ਮਿਲਣਾ ਉਹ ਜ਼ਰੂਰ ਚਾਹਵੇ ਦੱਸਣ ਲਈ ਵੀ ਕੈਦ ਕਰਾਉਣ 'ਚ ਉਹਦਾ ਕੋਈ ਦੋਸ਼ ਨਹੀਂ। ਅਜੇ ਵੀ ਪਹਿਲਾਂ ਵਾਂਗ ਪਿਆਰ ਕਰਦੀ, ਹਰ ਪਲ ਯਾਦ ਕਰਦੀ ਉਹਨੇ ਪੁੱਤਰ ਜੰਮਿਆ ਉਹਦਾ। ਹੁਣ ਭਲਾ ਕਾਹਦੀ ਨਾਰਾਜ਼ਗੀ। ਮਹੀਨਾ 2 ਮਹੀਨੇ ਫਿਰ ਕਈ ਮਹੀਨੇ ਬੀਤ ਗਏ। ਦਮੋਂ ਨੂੰ ਦਿਸਿਆ ਨਾ ਸੁੱਚੇ ਦਾ ਪਰਛਾਵਾਂ ਵੀ। ਅਖੀਰ ਖਬਰ ਮਿਲੀ ਮਨਹੂਸ ਸਰੀਰ ਹੋ ਗਿਆ ਸੁੰਨ ਤੇ ਰੂਹ ਜ਼ਖਮੀ। ਉਹ ਚਲਾ ਗਿਆ ਬੰਬੇ ਡਰਾਈਵਰੀ ਕਰਨ। ਕਦੇ ਕਦਾਈ ਉਸ ਬਾਰੇ ਕੁਝ ਬਲਦੇ ਸ਼ਬਦ ਜ਼ਰੂਰ ਕੰਨੀ ਪੈਂਦੇ ਪਿੰਡ ਦਿਆਂ ਲੋਕਾਂ ਦੇ। ਕਈ ਦਿਨ ਰੋਂਦੀ ਰਹੀ ਅੰਦਰ ਵੜ ਕੇ, ਯਾਦ ਕਰਦੀ ਸੁੱਚੇ ਨਾਲ ਹੰਢਾਏ ਹਸੀਨ ਦਿਨਾਂ ਨੂੰ। ਦਮੋਂ ਖਿਲਰੇ ਪੁਲਰੇ ਪਲਾਂ ਨੂੰ ਸੰਭਾਲਦੀ। ਕਈ ਵਾਰ ਨੰਨੇ ਸੀਰਤ ਨਾਲ ਦਿਲ ਨੰਗਾ ਕਰਦੀ, ਨਹੋਰੇ ਦਿੰਦੀ ਸੁੱਚੇ ਨੂੰ। ਗਿਲੇ ਸ਼ਿਕਵੇ ਕਰਦੀ, ਪਿਆਸੇ ਖੁਸ਼ਕ ਬੁੱਲ ਫਰਕ ਦੇ ਅੜਿਆ ਇੱਕ ਵਾਰ ਆ ਕੇ ਆਪਣਾ ਮੁੰਡਾ ਹੀ ਵੇਖ ਜਾਨੋ, ਹੂ ਬਹੂ ਤੇਰੀ ਕਾਪੀ ਆ। ਹੁਣ ਤਾਂ ਆ ਜਾ, 3 ਸਾਲ ਪਈ ਰਹੀਆਂ ਅੱਗ ਤੇ। ਮੈਂ ਬਹੁਤ ਉਦਾਸ ਹਾਂ, ਦੁਖੀ ਹਾਂ, ਆ ਜਾ ਹੁਣ, ਵਾਸਤਾ ਹੀ ਮੇਰਾ ਹੱਥ ਜੋੜ ਕੇ। ਸਮੇਂ ਨਾਲ ਪਿੰਡ ਦਾ ਬਦਲ ਗਿਆ ਮਾਹੌਲ ਵੀ। ਹੋਏ ਬੀਤੇ ਦੀ ਕਹਾਣੀ ਦੇ ਪਿਘਲ ਗਏ ਨਕਸ਼ ਪੈ ਗਏ ਧੁੰਦਲੇ। ਹਵਾਵਾਂ ਸੰਗ ਜਾ ਰਲੀ ਦਮੋਂ ਤੇ ਲੱਗੀ ਐਮਰਜੈਂਸੀ। ਉਹਦੀ ਲੁਸ਼ ਲੁਸ਼ ਕਰਦੀ ਜਵਾਨੀ ਤੇ ਜਵਾਨ ਜਿਸਮ ਤੇ ਸੁੰਦਰਤਾ ਆਈ ਹੋਈ ਪੂਰੇ ਜੋਬਨ ਤੇ ਝੱਲੀ ਨਾ ਜਾਂਦੀ ਉਹਦੇ ਹੁਸਨ ਦੀ ਛੱਬ। ਠੈਸ ਨਖਰੇ। ਮਾਵਾਂ ਹੁਣ ਘੂਰਦੀਆਂ ਨਾ ਕੁੜੀਆਂ ਨੂੰ ਦਮੋਂ ਨੂੰ ਮਿਲਣ ਕਰਕੇ। ਪਹਿਲਾਂ ਹਾਲ ਚਾਲ ਪੁੱਛਣ ਲੱਗੀਆਂ ਆਪ, ਕਦੇ ਕੋਈ ਮੁੰਡੇ ਬਾਰੇ ਵੀ ਪੁੱਛ ਲੈਂਦੀ। ਉਹ ਹਰੇਕ ਨੂੰ ਮਿਲਦੀ ਖਿੜੇ ਮੱਥੇ।
ਨਵੇਂ ਪੋਚ ਦੀਆਂ ਕੁੜੀਆਂ ਉਹ ਤੋਂ ਨਵੇਂ-ਨਵੇਂ ਡਿਜ਼ਾਈਨ ਸਿੱਖਦੀਆਂ, ਸਵੈਟਰਾਂ, ਕੋਟੀਆਂ ਤੇ ਚਾਦਰਾਂ ਦੇ। ਹਾਸਾ ਮਖੌਲ ਵੀ ਹੋ ਜਾਂਦਾ। ਦਮੋਂ ਦਾ ਘੜੀ ਪਲ ਦਿਲ ਪਰਚ ਜਾਂਦਾ, ਮਨ ਹੋਰ ਦਾ ਹੋਰ ਹੋ ਜਾਂਦਾ। ਭੁੱਲ ਜਾਂਦੀ ਹੰਢਾਏ ਸੰਤਾਪ ਨੂੰ, ਰੂਹ ਦੇ ਡੂੰਘੇ ਜ਼ਖਮਾਂ ਨੂੰ। ਸ਼ਾਮ ਉਹਨੂੰ ਝਪਟ ਲੈਂਦੀ ਗਿਰਜਾਂ ਵਾਂਗ। ਹਨੇਰਾ ਹੁੰਦੇ ਹੀ ਦਮੋਂ ਮਿੱਟੀ ਹੋ ਜਾਂਦੀ। ਨਜ਼ਰਾਂ ਹੇਠ ਰੱਖਦੀ ਹਮੇਸ਼ਾ ਸੀਰਤ ਨੂੰ। ਭੋਰਾ ਵਸਾ ਨਾ ਖਾਂਦੀ ਮਸਤੀ ਦਾ। ਉਂਝ ਬਹੁਤਾ ਗਮਗੀਨ ਉਦਾਸ ਰਹਿੰਦੀ, ਭਈ ਪਤਾ ਨਹੀਂ ਕਿਹੜੇ ਵੇਲੇ ਜਿਬਾ ਹੋਣਾ ਪਵੇ ਮਸਤੀ ਦੀ ਕਤਲਗਾਹ 'ਚ। ਕਦੇ ਨਸ਼ੇ ਦੀ ਲੋਰ 'ਚ ਮਸਤੀ ਵਿਚਾਰਦਾ ਦਮੋਂ ਨੂੰ ਸਾਰੀ ਉਮਰ ਰੱਖਿਆ ਨਹੀਂ ਜਾ ਸਕਦਾ। ਘਰ ਵੀ ਵਿਆਹ ਤਾਂ ਕਰਨਾ ਹੀ ਪੈਣਾ। ਫਿਰ ਸਿਰ ਝਟਕਦਾ, ਸੋਚ ਕੇ ਤਿੱਖਾ ਨਿਰਣਾ ਕਰਦਾ, ਦੁਨੀਆ ਐਵੇਂ ਭੌਂਕਦੀ ਏ। ਇੱਥੇ ਭਰਾ ਮਰਦੇ ਸੋਹਣੀਆਂ ਭੈਣਾਂ ਤੇ ਬਾਪ ਧੀਆਂ ਤੇ 3-3 ਸਾਲ ਦੀਆਂ ਬਾਲੜੀਆਂ ਨਾਲ ਕਰਕੇ ਜਬਰ ਜਨਾਹ ਕਰ ਦਿੰਦੇ ਨੇ ਕਤਲ। ਉਹਨਾਂ ਲੋਕਾਂ 'ਚ ਹੋ ਗਿਆ ਇੱਕ ਮੈਂ ਵੀ। ਕੋਈ ਆਖਰ ਤਾਂ ਨਹੀਂ ਆ ਗਈ। ਮੈਂ ਤਾਂ ਭਰਦਾ ਨਹੀਂ ਕੁਛ ਵੀ। ਲੋਕ ਤਾਂ ਕਰਦੇ ਫਿਰਦੇ ਨੇ ਦਲਾਲੀ ਵੀ ਧੀਆਂ ਭੈਣਾਂ ਦੀ, ਗਾਹਕ ਲੱਭ ਕੇ ਦਿੰਦੇ ਫਿਰਦੇ ਆ। ਸਾਲ ਹੋਰ ਬੀਤ ਗਿਆ। ਬਦਲਦੀਆਂ ਰੁੱਤਾਂ ਦੇ ਕੰਧਾੜੇ ਚੜ੍ਹ ਕੇ ਇੱਕ ਸਟੇਜ ਤੇ ਜਾ ਕੇ ਮਸਤੀ ਦਾ ਮੂੰਹ ਮੁੜ ਜਾਂਦਾ ਹੈ ਦਮੋਂ ਤੋਂ। ਉਸ ਨਾਲ ਸੌਂ ਕੇ ਵੀ ਅਸੰਤੁਸ਼ਟ ਰਹਿੰਦਾ, ਬੇਚੈਨੀ 'ਚ ਸੋਚਦਾ, ਕਦੇ ਲਾਸ਼ ਨਾਲ ਵੀ ਦੇਹ ਸੁੱਖ ਮਿਲਿਆ ਕਿਸੇ ਨੂੰ? ਮੈਂ ਤਾਂ ਕਦੋਂ ਦਾ ਮਾਰ ਚੁੱਕਾਂ ਰਿਸ਼ਤਾ ਪਿਓ ਦਾ। ਇਹ ਹਰਾਮ ਦੀ ਲਈ ਫਿਰਦੀ ਪਿਓ ਦਾ ਅਹਿਸਾਸ ਅਜੇ ਤੱਕ। ਤਾਂ ਹੀ ਮਿੱਟੀ ਹੋ ਜਾਂਦੀ ਹੈ ਨਾਲ ਸੁੱਤਿਆਂ। ਕੋਈ ਨਹੀਂ ਠੀਕ ਲੱਗਦਾ, ਫੋਕੀ ਕਾਗਜ਼ੀ ਕਾਰਵਾਈ ਹੁੰਦੀ ਹੈ। ਪਰ ਜਦੋਂ ਡੁੱਬਾ ਹੁੰਦਾ ਨਸ਼ੇ 'ਚ ਭੁੱਲ ਜਾਂਦਾ ਸਭ ਕੁਝ। ਜ਼ਬਰਦਸਤੀ ਫੜ ਕੇ ਬਾਂਹ ਦਮੋਂ ਦੀ ਸੁੱਟ ਲੈਂਦਾ ਮੰਜੀ ਤੇ। ਪਰ ਇਸ ਵਿੱਚ ਹੁੰਦਾ ਨਾ ਅੰਸ਼ ਕੋਈ। ਠੰਡਾ ਹੋ ਕੇ ਖਿੱਚਦਾ, ਕ੍ਰਿਜਦਾ, ਨਾਟਕ ਕਰਦੀ ਆਖਦਾ, ਨਫ਼ਰਤ ਨਾਲ ਪਰਾਂ ਧੱਕ ਦਿੰਦਾ। ਆਪਣੇ ਕੰਮ ਦੀ ਨਾ ਸਮਝਦਾ ਹੁਣ ਦਮੋਂ ਨੂੰ ਤਾਂ ਵੀ ਮੱਠਾ ਪੈ ਗਿਆ ਖੁਦ ਦਾ ਉਮਰ ਨਾਲ। ਹੁਣ ਉਹ ਵੇਚਣਾ ਚਾਹੁੰਦਾ ਦਮੋਂ ਨੂੰ, ਭਾਰੀ ਕੀਮਤ ਵਸੂਲ ਕਰਕੇ। ਕਦੇ ਸੋਚਦਾ ਜੇ ਪਤਾ ਲੱਗ ਗਿਆ ਅਗਲਿਆਂ ਨੂੰ ਕੁਆਰੀ ਦਮੋਂ ਦੇ ਮੁੰਡਾ ਜੰਮਣ ਦਾ। ਪਰ ਕੌਣ ਮੰਨੇਗਾ ਕਿ ਦਮੋਂ ਦੇ ਬਾਲ ਹੋਇਆ, ਨਾ ਸਰੀਰ ਭਾਰਾ, ਨਾ ਛਾਤੀਆਂ, ਜੀ 16 ਦੀ ਹੋਈ ਆ ਸਾਰੀ। ਇੱਕ ਦੂਰ ਦੀ ਰਿਸ਼ਤੇਦਾਰੀ ਦੇ ਬੰਦੇ ਨੇ ਦੱਸ ਪਾਈ, ਬਾਰਡਰ ਤੇ ਵਸੇ ਨੂਰਪੁਰ ਪਿੰਡ ਦੀ। ਉੱਥੇ ਇੱਕ ਲੋੜਵੰਦ ਮੁੰਡਾ ਹੁੰਦਾ, ਅਜਨਾਲੇ ਦਾ ਏਰੀਆ, ਰਮਦਾਸ ਉਹਨਾਂ ਦਾ ਸ਼ਹਿਰ। ਤੇ ਇੱਕ ਦਿਨ ਮਸਤੀ ਜਾ ਪੁੱਜਾ ਨੂਰਪੁਰ। ਚਲਾ ਗਿਆ ਪੁੱਛ ਕੇ ਬਸੰਤ ਸਿੰਘ ਦਾ ਘਰ। ਖੁਸ਼ ਹੋ ਗਿਆ ਚਮਕਾਰੇ ਮਾਰਦੀ ਕੋਠੀ ਵੇਖ ਕੇ। ਖਾਂਦੇ ਪੀਂਦੇ ਜੱਟਾਂ ਜ਼ਿਮੀਂਦਾਰਾਂ ਦਾ ਘਰ ਲੱਗਾ। ਮਸਤੀ ਮਿਲਿਆ ਬਸੰਤ ਸਿੰਘ ਨੂੰ, ਚਾਹ ਪੀ ਕੇ ਮਕਸਦ ਦੱਸਿਆ ਆਉਣ ਦਾ। ਰੱਖਿਆ ਨਾ ਪੜਦਾ ਜਾਂ ਉਹਲਾ ਕੋਈ। ਮੁੰਡੇ ਵਾਲੀ ਗੱਲ ਜ਼ਰੂਰ ਦੱਬ ਗਿਆ। ਲੱਗ ਪਿਆ ਹੁਣ ਸੌਦਾ। ਸ਼ੁਰੂ ਹੋ ਗਈ ਨੋਕ ਝੋਕ ਪਸ਼ੂਆਂ ਦੇ ਵਪਾਰੀਆਂ ਵਰਗੀ। ਮਸਤੀ ਨੇ ਕੁੜੀ ਪੜ੍ਹੀ ਲਿਖੀ ਤੇ ਅਤ ਸੁੰਦਰ ਦੱਸੀ, ਕੰਮਕਾਰ ਤੇ ਹੱਥਾਂ ਦੀ ਸੁਚੱਜੀ। ਦੱਸਿਆ ਉਸ ਵਰਗੀ ਖੂਬਸੂਰਤ ਕੁੜੀ ਹੋਣੀ ਨਹੀਂ ਤੁਹਾਡੇ ਸਾਰੇ ਪਿੰਡ 'ਚ। 50,000 ਲਓ। ਬਸੰਤ ਸਿੰਘ ਨੇ ਮੁੰਡੇ ਦੀ ਉਮਰ 50 ਦੀ ਥਾਂ 30 ਦੱਸੀ। ਨਾਲ ਰੜਕਾਇਆ, ਮਾਸ਼ਿਆਂ ਦੀ ਧੀ ਵਸੇ ਜੱਟਾਂ ਦੇ ਘਰ। ਵੱਡੇ ਮਾਣ ਵਾਲੀ ਗੱਲ ਤੇਰੇ ਲਈ। 35,000 ਮਿਲੂ ਉੱਕਾ ਪੁੱਕਾ। ਚੱਲ, ਰੋਟੀ ਦਾ ਖਰਚਾ ਸਾਡਾ ਰਿਹਾ। ਥੋੜੀ ਨਾਂਹ ਨੁੱਕਰ ਪਿੱਛੋਂ ਮਸਤੀ ਮੰਨ ਗਿਆ। ਮੁੰਡੇ ਨੂੰ ਵੇਖਦਾ ਏ ਮਸਤੀ। ਬੜੀ ਬਰੀਕੀ, ਗੌਰ ਤੇ ਗੌਰ ਨਾਲ ਵਸਮਾ ਲਾਇਆ, ਸਾਫ਼ ਦਿਸਦਾ। ਉਮਰ ਦਾ ਵੀ ਕਾਫੀ ਵੱਡਾ ਲੱਗਾ। ਦਿਲ 'ਚ ਸੋਚਦਾ ਕਦੇ ਬੁੱਢੇ ਨਹੀਂ ਹੁੰਦੇ ਮਰਦ ਤੇ ਘੋੜੇ, ਬਸ ਖੁਰਾਕ ਚਾਹੀਦੀ ਹੁੰਦੀ ਹੈ। ਮੁੰਡਾ ਅੰਮ੍ਰਿਤਧਾਰੀ ਆ ਪੂਰਨ ਸਿੰਘ। ਖਾਂਦਾ ਨਾ ਕੁਝ ਪੀਂਦਾ। ਵੱਡੀ ਗੱਲ ਕੋਈ ਦਰਾਣੀ ਨਾ ਜਠਾਣੀ, ਨਨਾਣ ਦਿਓਰ ਨਾ ਸੱਸ। ਰਾਜ ਕਰੂ ਦਮੋਂ। ਪੈਸੇ ਉਂਝ ਥੋੜੇ ਮਿਲੇ ਨੇ। ਖੈਰ, ਮਸਤੀ ਨੇ ਦੇ ਕੇ ਸ਼ਗਨ ਪਿਆਰ ਦਿੱਤਾ ਮੁੰਡੇ ਨੂੰ। ਰਿਸ਼ਤਾ ਪੱਕਾ ਹੋ ਗਿਆ। ਜੱਫੀ ਪਾ ਲਈ ਦੋਹਾਂ ਕੁੜਮਾਂ ਨੇ। ਮੂੰਹ ਮਿੱਠਾ ਕਰਵਾਇਆ ਇੱਕ ਦੂਜੇ ਦਾ। ਫਿਰ ਉਹ ਲੱਗ ਪਏ ਖਾਣ ਪੀਣ। ਬਿੰਦਰ ਗਿਆ ਫੁਰਤੀ ਨਾਲ, ਲੈ ਆਇਆ ਚੌਂਕ ਵਾਲੇ ਠੇਕੇ ਤੋਂ ਵਿਸਕੀ ਦੀ ਬੋਤਲ। ਢਾਬੇ ਤੋਂ ਮੀਟ ਤੇ ਰੋਟੀਆਂ ਵੀ। ਤੇ ਮਸਤੀ ਆਫਰਦਾ ਜਾਵੇ ਖੁਸ਼ੀ ਨਾਲ ਇੰਨੀ ਸੇਵਾ ਹੁੰਦੀ ਵੇਖ ਕੇ। ਸਵੇਰੇ ਉਹਨਾਂ ਪੱਕ ਠੱਕ ਕਰ ਲਿਆ ਵਿਆਹ ਦਾ। 35 ਚੋਂ 10,000 ਲੈ ਕੇ ਐਡਵਾਂਸ। ਮਸਤੀ ਬੋਤਲ ਤੇ ਮੀਟ ਲੈ ਕੇ ਘਰ ਆਇਆ। ਉਸ ਰਾਤ ਮਸਤੀ ਨੇ ਵਿਆਹ ਦੀ ਗੱਲ ਛੇੜੀ ਦਮੋਂ ਨਾਲ। ਦੱਸਿਆ ਮੁੰਡੇ ਦੀ ਜ਼ਮੀਨ ਜਾਇਦਾਦ ਤੇ ਕੋਠੀ ਬਾਰੇ, ਪੈਸਿਆਂ ਬਾਰੇ ਨਹੀਂ ਕੁਛ ਕਿਹਾ। ਦਮੋਂ ਸੁਣਦੀ ਰਹੀ ਚੁੱਪ ਕਰਕੇ। ਮਸਤੀ ਨੇ ਅਗਲੀ ਚਾਲ ਚੱਲੀ, ਉਂਝ ਤਾਂ ਮਰਜ਼ੀ ਆ ਤੇਰੀ, ਕਹੇ ਤਾਂ ਨਾ ਕਰ ਦੇਣਾ, ਵਿਆਹ ਤਾਂ ਕਰਨਾ ਹੀ ਪੈਣਾ। ਮੈਂ ਤਾਂ ਇਹ ਵੇਖਿਆ ਮੁੰਡਾ ਅੰਮ੍ਰਿਤਧਾਰੀ ਹੈ, ਜ਼ਮੀਨ ਤੇ ਘਰ ਚੰਗਾ ਹੈ, ਇਹ ਤੋਂ ਚੰਗਾ ਰਿਸ਼ਤਾ ਹੋਰ ਨਹੀਂ ਹੋਣਾ। ਤੂੰ ਦਾਗੀ ਵੀ ਹੈ, ਉਹ ਲੋੜਵੰਦ ਨੇ। ਆਪਣੇ ਘਰ ਵਸੇ ਰਸੇਂਗੀ। ਇੱਥੇ ਤਾਂ ਹੁਣ ਰੋਟੀ ਟੁੱਕ ਰੇਖਾ ਵੀ ਕਰ ਲਓ ਨਾ। ਮੈਂ ਕੋਈ ਪਸ਼ੂ ਡੰਗਰ ਹਾਂ? ਤੁਸੀਂ ਮੈਨੂੰ ਤਾਂ ਪੁੱਛ ਲੈਂਦੇ, ਮੇਰੀ ਕੋਈ ਹੋਰ ਪਸੰਦ ਹੋ ਸਕਦੀ ਹੈ। ਪੁੱਤ ਮੈਂ ਹੁਣ ਕਰ ਬੈਠਾ ਹਾਂ, ਤੂੰ ਮੰਨ ਜਾ ਮੇਰਾ ਪੁੱਤ। ਗੰਦਲੇ ਪਾਣੀ ਵਰਗੇ ਬੋਲ ਸਨ ਮਸਤੀ ਦੇ। ਸਾਰੀ ਰਾਤ ਦਮੋਂ ਖੁੱਬੀ ਰਹੀ ਵਿਆਹ ਦੀ ਜਿੱਲਣ 'ਚ। ਯਕੀਨ ਨਾ ਕਰਦੀ ਮਸਤੀ ਦਾ। ਚਾਹੁੰਦੀ ਵੀ ਨਹੀਂ ਸਾਰੀ ਉਮਰ ਪਿਓ ਦੀ ਰਖੇਲ ਬਣ ਕੇ ਰਹਿਣਾ। ਉਹ ਤਾਂ ਫੌਰੀ ਭੱਜ ਜਾਣਾ ਚਾਹੁੰਦੀ ਇਸ ਨਰਕ 'ਚੋਂ। ਦੌੜ ਗਈ ਹੁੰਦੀ ਕਦੋਂ ਦੀ। ਪੈਰੀਂ ਬੇੜੀਆਂ ਹੁੰਦੀਆਂ ਸੁੱਚੇ ਦੇ ਪਿਆਰ ਦੀਆਂ। ਬੰਨਿਆ ਹੋਇਆ ਨੈਣਾਂ 'ਚ ਵਸਦੀ ਤਾਂਘ ਨੇ, ਡੀਕ ਨੇ। ਹੁਣ ਤਾਂ ਉਹ ਵੀ ਹੋ ਗਿਆ ਸੁਪਨਾ। ਉਹ ਆਏ ਦਿਨ ਮਰ ਰਹੀ ਸੀ, ਬੀਤ ਰਹੀ ਸੀ
ਇੱਕ ਯਾਦਾਂ ਦੀ ਪਟਾਰੀ ਜ਼ਰੂਰ ਹੈ ਸੀ, ਜਿਹਨੂੰ ਖੋਲ੍ਹਦਿਆਂ ਹੀ ਉਹਦੀ ਸਖਣੀ ਜ਼ਿੰਦਗੀ ਭਰ ਜਾਂਦੀ ਸੀ ਚਾਵਾਂ ਨਾਲ, ਆਸਾਂ ਤੇ ਸੱਧਰਾਂ ਨਾਲ। ਉਹ ਡਾਢੀ ਪਰੇਸ਼ਾਨ ਹੁੰਦੀ ਕਈ ਕੋਣਾਂ ਤੋਂ, ਪਰ ਲੰਮੇ ਸਾਹ ਤੋਂ ਕੋਈ ਰਾਹ ਨਹੀਂ ਸੀ ਮਿਲ ਰਿਹਾ, ਲੰਮੇ ਸਮੇਂ ਤੋਂ ਕੋਈ ਰਾਹ ਨਹੀਂ ਸੀ ਮਿਲ ਰਿਹਾ। ਹੜ੍ਹ ਦੇ ਡੱਕੇ ਪਾਣੀ ਵਾਂਗ ਉਹਦੇ ਮਨ ਦੇ ਕੰਢਿਆਂ ਨੂੰ ਖੋਰਨ ਕਰਦਾ ਪਿਆ। ਹੁਣ ਮਹਿਸੂਸ ਕੀਤਾ ਦਮੋ ਨੇ ਜਿਵੇਂ ਉਹਨੂੰ ਮਿਲ ਗਿਆ ਹੋਵੇ ਕੁਦਰਤੀ ਵਹਿਣ, ਉਹ ਪਰੇਸ਼ਾਨੀਆਂ ਤੋਂ ਹੋਵੇ ਮੁਕਤ ਹੋਣ ਵਾਲੀ। ਆਸ ਲਾਈ ਬੈਠੀ ਏ ਸੁੱਚੇ ਤੇ। ਕਈ ਸਾਲ ਹੋ ਗਏ ਡੀਕਦਿਆਂ, ਕੋਸ਼ਿਸ਼ ਬੜੀ ਕੀਤੀ ਦਮੋ ਨੇ, ਪਰ ਸੁੱਚੇ ਦਾ ਫੋਨ ਮਿਲਿਆ ਨਾ ਐਡਰੈਸ। ਅੱਜ ਕੱਲ੍ਹ ਬਹੁਤ ਨਿਰਾਸ਼ ਏ, ਸੋਨੇ ਵਰਗੀ ਜਵਾਨੀ ਮੰਗਦੀ ਏ ਸਾਥੀ ਹਾਣ ਦਾ। ਉਡੀਕ ਪੂਰਾ ਨਹੀਂ ਕਰ ਸਕਦੀ ਜਿਸਮਾਨੀ ਲੋੜਾਂ ਨੂੰ। ਵਿਆਹ ਕਰਵਾ ਲੈਣਾ ਉਹਨੂੰ ਦਰੁਸਤ ਲੱਗਾ। ਖਿਆਲ ਕੀਤਾ ਹੋਰ ਕੀ ਮਾੜਾ ਹੋ ਜੂ ਮੇਰੇ ਨਾਲ, ਇੱਕ ਵਾਰ ਬਾਹਰ ਤਾਂ ਨਿਕਲਾਂ ਇਸ ਬੁੱਚੜਖਾਨੇ ਚੋਂ। ਫਿਰ ਖਿਆਲ ਕਰਕੇ ਸੀਰਤ ਦਾ ਉਦਾਸ ਹੋ ਜਾਂਦੀ, ਤਿੱਖੀ ਖੋਹ ਪੈਂਦੀ ਆਂਦਰਾਂ ਨੂੰ। ਰੇਖਾ ਕਰਕੇ ਦਿਲ ਧਰਦੀ, ਹੁਣ ਉਹ ਸੰਭਾਲ ਸਕਦੀ ਏ ਘਰ ਨੂੰ, ਪਾਲਾ ਵੀ ਮਦਦ ਕਰ ਸਕਦਾ ਹੈ ਛੋਟੀ ਮੋਟੀ, ਹੈ ਤਾਂ ਨਿਆਣਾ ਪਰ ਚੁਸਤ ਚਲਾਕ ਬਹੁਤ ਆ। ਅੱਜੀ ਭੱਜੀ ਰੋਂਦੀ ਯਾਦ ਕਰਕੇ ਸੁੱਚੇ ਨੂੰ। ਅੱਜ ਕੱਲ੍ਹ ਖਹਿੜਾ ਨਾ ਛੱਡਦੀ ਯਾਦ ਉਹਦੀ, ਰਾਤਾਂ ਕੱਟਦੀ ਜਾਗ ਕੇ, ਕਿਸਮਤ ਨੂੰ ਰੋਂਦੀ ਕਦੇ ਪਿਓ ਨੂੰ। ਸੁੱਚੇ ਵੱਲੋਂ ਹੋ ਕੇ ਬੁਰੀ ਤਰ੍ਹਾਂ ਬੇਆਸ ਉਹ ਸਹਿਮਤ ਹੋ ਗਈ ਵਿਆਹ ਲਈ, ਉਂਝ ਮਨੋਂ ਨਹੀਂ। ਮਸਤੀ ਚੋਰੀ ਨਿਕਲਿਆ ਪਿੰਡੋਂ, ਚੁਗਲਖੋਰਾਂ ਤੋਂ ਡਰਦਾ। ਉਹ ਸਮੇਂ ਸਿਰ ਜਾ ਪੁੱਜੇ ਰਾਮਦਾਸ। ਅੱਗੇ ਬਰਾਤ ਦੇ 8-10 ਆਦਮੀ ਆਏ ਬੈਠੇ। ਗੁਰਦੁਆਰੇ ਵਿਆਹ ਹੋ ਗਿਆ, 4 ਲਾਵਾਂ, ਕੰਮ ਮੁਕੰਮਲ। ਲਾੜੇ ਨੂੰ ਵੇਖ ਕੇ ਤਾਈ ਪਿਆਰੀ ਫੁੱਟ ਕੇ ਰੋਈ। ਧੁਰ ਰੂਹ ਤੱਕ ਗਈ ਵਲੂੰਦਰੀ, ਨਿਕਲਿਆ ਹੌਕਾ ਦਮੋਂ ਸਾਡੀ ਬਿਜਲੀ ਦੀ ਲਾਸ਼ ਵਰਗੀ, ਮੁੰਡਾ ਔਂਤਰਾ ਕਿੱਕਰ ਦਾ ਮੁੱਢ ਅੱਧ ਬੁੱਢ। ਜੰਜ ਨਾਲ ਆਏ ਬਰਾਤੀ ਲੱਗ ਪਏ ਖਾਣ ਪੀਣ, ਸੜਕੋਂ ਪਾਰ ਬਣੇ ਹੋਟਲ ਤੋਂ। ਮਸਤੀ ਨੇ ਕਰਕੇ ਪਾਸੇ ਬਸੰਤ ਸਿਓ ਨੂੰ ਲੈ ਲਿਆ ਬਾਕੀ 25,000 ਵੀ। ਕੁਝ ਛੱਡਣ ਦਾ ਇਸ਼ਾਰਾ ਕੀਤਾ ਬਸੰਤ ਸਿਓ ਨੇ। ਮਸਤੀ ਕਿਹਾ ਆਕੜ ਕੇ, ਜਾ ਕੁੜਮਾ, ਕੁੜੀ ਦੇਤੀ ਆ ਹੀਰੇ ਵਰਗੀ, 35 ਦਾ ਆਉਂਦਾ ਵੜੇਵਾਂ, ਸਗੋਂ ਮੈਂ ਰਿਹਾ ਘਾਟੇ 'ਚ, ਕੁੜੀ ਦੀ ਤਾਂ ਆਖੀ ਲੱਖ ਦੀ ਹੈ। ਦਮੋ ਨੂੰ ਬਿਠਾ ਕੇ ਕਾਰ 'ਚ ਬਿੰਦਰ ਲੈ ਗਿਆ ਨੂਰਪੁਰ। ਦਮੋ ਦੇ ਵਿਆਹ ਦਾ ਪੈ ਗਿਆ ਰੌਲਾ ਸਾਰੇ ਪਿੰਡ 'ਚ। ਇੱਕ ਵਾਰ ਫੇਰ ਸੇਕੀਆਂ ਗਈਆਂ ਰੋਟੀਆਂ ਨਫ਼ਰਤ ਦੀਆਂ, ਦਮੋ ਤੇ ਸੁੱਚੇ ਦੀ ਮੁਹੱਬਤ ਦੇ ਚੁੱਲ੍ਹੇ ਤੇ। ਸੀਰਤ ਦਾ ਰੋ ਬੁਰਾ ਹਾਲ ਹੋਇਆ, ਅੰਦਰ ਬਾਹਰ ਫਿਰੇ ਲੱਭਦਾ ਮੰਮੀ ਨੂੰ। ਸਾਰੇ ਪਿਆਰ ਕਰਨ ਪਰਚਾਉਣ, ਵੇਖੀ ਜਾਵੇ ਹਟਕੋਰੇ ਭਰਦਾ ਬੂਹੇ ਵੱਲ। ਡੌਰ ਭਰ ਹੋਇਆ, ਅਖੀਰ ਸੌਂ ਗਿਆ ਸੀਨੇ 'ਚ ਦੱਬ ਕੇ ਮਾਂ ਦੀ ਬੁੱਕਲ ਦੀ ਤਾਂਘ। ਬਣ ਨਾ ਸਕਿਆ ਕੋਈ ਪਰਛਾਵਾਂ, ਭੁਲੇਖਾ ਮਾਂ ਦਾ। ਅਖੀਰ ਤਰਸ ਆਇਆ ਮਸਤੀ ਦੀ ਵੱਡੀ ਭੈਣ ਨੂੰ, ਉਹ ਲੈ ਗਈ ਬਟਾਲੇ ਸੀਰਤ ਨੂੰ ਨਾਲ ਆਪਣੇ। ਚੰਗਾ ਨਾ ਸਮਝਦੀ ਦਮੋ ਨੂੰ, ਪਰ ਸੀਰਤ ਨਾਲ ਕਰਦੀ ਮੋਹ ਬੜਾ। ਕੁਝ ਸਮੇਂ ਪਿੱਛੋਂ ਪਾਲਾ ਵੀ ਚਲਾ ਗਿਆ ਬਟਾਲੇ, ਪਿਓ ਤੋਂ ਡਾਢਾ ਤੰਗ ਪੈ ਕੇ। ਉੱਥੇ ਪਾ ਲਈ ਦੁਕਾਨ ਕਰਿਆਣੇ ਦੀ। ਕਿਸਬੀ ਤੇ ਮਿਹਨਤੀ ਹੁੰਦਾ, ਜਲਦੀ ਖੜਾ ਹੋ ਗਿਆ ਪੈਰਾਂ ਤੇ। ਮਸਤੀ ਦਾ ਸਾਰਾ ਪੈਸਾ ਜਮ੍ਹਾਂ ਹੋ ਗਿਆ ਜਗੀਰ ਕੋਲ। 5,000 ਲੱਗਾ ਵਿਆਹ ਤੇ। ਰੇਖਾ ਨੇ ਜ਼ਿੱਦ ਕਰਕੇ ਲੈ ਲਿਆ ਮੋਬਾਈਲ, ਇੱਕ ਪੱਖਾ ਲਵਾ ਲਿਆ ਛੱਤ ਵਾਲਾ। ਸ਼ਰਾਬ ਨਾਲ ਲੇੜ ਕੇ ਉਹ ਸੂਟੇ ਲਾਉਂਦਾ ਬੀੜੀ ਤੇ। ਨਸ਼ਾ ਖਿੜਦਾ ਤਾਂ ਗਲ ਲੱਗ ਜਾਂਦਾ ਸੋਚਾਂ ਦੇ। ਹੁਣ ਨਹੀਂ ਲਈਦਾ, 2-3 ਸਾਲ ਉਦੋਂ ਨੂੰ ਰੇਖਾ ਹੋ ਜਾਣੀ ਹੈ ਜਵਾਨ। ਇਹਦਾ ਤਾਂ 5 ਲੱਖ ਵੀ ਥੋੜਾ। ਦਮੋ ਨਾਲੋਂ ਕਿਤੇ ਸੁੰਦਰ ਤੇ ਜਵਾਨ ਏ। ਪਹਿਲਾਂ ਤਾਂ ਰਾਸੇ ਪਾਉ ਆਪ ਹੀ, ਤੇ ਜਦੋਂ ਵੇਚੀ ਇਸ ਤਰ੍ਹਾਂ ਦੀਆਂ ਕੋਈ ਹੋਰ ਹਰਾਮੀ ਸਕੀਮਾਂ ਬਣਾਉਂਦਾ। ਬੀੜੀ ਦਾ ਕਸ਼ ਲਾ ਕੇ ਚੁੰਡੀ ਭੋਰੀ ਮੱਥੇ ਤੋਂ, ਜਿਵੇਂ ਕਰ ਰਿਹਾ ਹੋਵੇ ਇਕੱਠਾ ਖਿਲਰੇ ਵਿਚਾਰਾਂ ਨੂੰ। ਉਹ ਮੁੱਛਾਂ 'ਚ ਹੱਸਿਆ। ਹਰਾਮੀ ਲੋਕ ਜੋ ਮਾੜਾ ਆਖਦੇ ਕੁੜੀਆਂ ਨੂੰ, ਇਹ ਤਾਂ ਸੋਨਾ ਨੇ, ਸੁਦਾ ਸੋਨਾ। ਲੈਂਦੀਆਂ ਕੁਛ ਨਹੀਂ, ਸਾਰੀ ਉਮਰ ਦਿੰਦੀਆਂ ਸਹਾਰਾ। ਦਮੋ ਹੀ ਨਾ ਖਾ ਹੁੰਦੀ, ਮੇਰੇ ਅਮਲ ਕਿਵੇਂ ਚੱਲਦੇ। ਅੱਗੋਂ ਰੇਖਾ, ਪਾਗਲ ਲੋਕ ਐਵੇਂ ਕਤਲ ਕਰੀ ਜਾਂਦੇ ਕੁੱਖਾਂ 'ਚ ਹਰਾਮੀ ਨੋਟਾਂ ਦੀਆਂ ਪੰਡਾਂ ਨੂੰ। ਦਮੋ ਆਜ਼ਾਦ ਹੋ ਕੇ ਚਲੀ ਗਈ ਪਿੰਡ ਦੀ ਕੈਦ 'ਚੋਂ, ਪਿਓ ਦੀ ਹਵਸ ਤੋਂ। ਕਾਂਡ 7ਵਾਂ। ਸਰਪੰਚ ਜਗੀਰ ਸਿੰਘ ਮੋਟਾ ਮਾਲਕ ਜ਼ਮੀਨ ਦਾ। ਉਹਦਾ ਪੜਦਾਦਾ ਹੁੰਦਾ ਸੀ ਜ਼ੈਲਦਾਰ, ਅੰਗਰੇਜ਼ਾਂ ਦਾ ਵੱਡਾ ਟਾਊਟ। ਆਜ਼ਾਦੀ ਪਿੱਛੋਂ ਉਹਦਾ ਦਾਦਾ ਬਣਿਆ ਲੰਬੜਦਾਰ, ਫਿਰ ਰਾਜ ਆ ਗਿਆ ਵੋਟਾਂ ਦਾ। ਪਹਿਲਾਂ ਸਰਪੰਚ ਬਣਿਆ ਦਾਦਾ, ਫਿਰ ਪਿਓ, ਹੁਣ ਬਣ ਗਿਆ ਜਗੀਰ। BA ਪੜ੍ਹਿਆ ਜਗੀਰ, ਨਵੇਂ ਜ਼ਮਾਨੇ ਦਾ ਚੰਡਿਆ ਹੰਡਿਆ ਵਰਤਿਆ। ਸਮੇਂ ਦੀ ਸਰਕਾਰ ਤੋਂ ਕੰਮ ਲੈਣੇ ਜਾਣਦਾ। ਪਿੰਡੋਂ ਹਟਵੀਂ ਖੇਤਾਂ 'ਚ ਕੋਠੀ ਵੱਡੀ ਸਾਰੀ। ਪਿੰਡ ਤੋਂ ਕੋਠੀ ਦੇ ਗੇਟ ਤੱਕ ਸੜਕ ਬਣੀ ਹੋਈ ਪੱਕੀ। ਖੁਦ ਨੂੰ ਸਰਦਾਰ ਸਮਝਦਾ, ਪਿੰਡ ਦਾ ਲੀਡਰ, ਇਲਾਕੇ ਦਾ। ਜਗੀਰ ਦੇ ਪਿਓ ਨੇ ਬਣਾਈ ਸਾਰੀ ਜਾਇਦਾਦ ਅਫੀਮ ਦੇ ਧੰਦੇ 'ਚੋਂ। ਆਦਤ ਪਾ ਕੇ ਸਿੱਧੜ ਸ਼ਰੀਕਾਂ ਨੂੰ ਫੀਮ ਦੀ। ਭੰਗ ਦੇ ਭਾਅ ਖਰੀਦ ਲਈ ਤੱਗਾਂ ਦੇ ਤੱਗ ਜ਼ਮੀਨ। ਸਰਕਾਰੀ ਗ੍ਰਾਂਟਾਂ ਵੀ ਨਿਕਲ ਜਾਂਦਾ, ਮਿਲ ਮਿਲਾ ਕੇ ਅਫਸਰਾਂ ਨੂੰ। ਉਹਦਾ ਕੰਮ ਸੰਭਾਲਿਆ ਜਗੀਰ ਨੇ। ਵੱਡੇ ਬਲੈਕਰਾਂ ਤੇ
ਸਿਆਸਤ ਵਿੱਚ ਡੂੰਘਾ ਅਸਰ ਰਸੂਖ ਰੱਖਦਾ। ਜਦੋਂ ਡੰਗ ਹੋਇਆ ਤੇਜ਼ ਪੁਲਿਸ ਦਾ, ਔਕੜਾਂ ਆਉਣ ਲੱਗੀਆਂ ਭਾਰੀਆਂ, ਪੈਸੇ ਦੇ ਚੱਕਰ 'ਚ ਫਸੇ ਤਸਕਰਾਂ ਸਹਿਮ ਕੇ ਵੇਖਿਆ ਸਮੇਂ ਵੱਲ। ਉਹ ਮੰਗ ਕਰਦਾ ਸੀ ਨਵੇਂ ਆਧੁਨਿਕ ਢੰਗਾਂ ਤਰੀਕਿਆਂ ਦੀ। ਤਸਕਰਾਂ ਨੇ ਬਲੈਕ ਲਈ ਖੋਜ ਕੀਤੀ, ਨਵੇਂ ਢੰਗਾਂ ਦੀ, ਰਾਹਾਂ ਦੀ, ਦਿਮਾਗ ਲੜਾਏ। ਪੁਲਿਸ ਦੇ ਡੰਗ ਦੇ ਰੰਗ ਵੇਖੇ, ਉਹਨਾਂ ਬਦਲ ਦਿੱਤੇ ਸਪਲਾਈ ਦੇ ਰਾਹ, ਮਾਲ ਦੇ ਰੂਪ। ਭਾਰੇ ਤੇ ਖਿਲਾਰੇ ਵਾਲੇ ਮਾਲ ਨੂੰ ਕਰਨ ਲਈ ਅੱਗੇ ਪਿੱਛੇ ਕ੍ਰਾਸ ਕਰਨ ਲਈ ਬਾਰਡਰ, ਲੋੜ ਪੈਂਦੀ ਤਕੜੇ ਬੰਦਿਆਂ ਦੀ, ਮੋਟਰਸਾਈਕਲ ਤੇ ਕਾਰਾਂ ਗੱਡੀਆਂ ਦੀ। ਇਸ 'ਚ ਵੱਡਾ ਖਤਰਾ ਹੁੰਦਾ। ਹੁਣ ਉਹ ਕੁਇੰਟਲ ਅਫੀਮ 'ਚੋਂ ਕੱਢ ਲੈਂਦੇ 1 ਕਿਲੋ ਸਮੈਕ ਜਾਂ ਹੈਰੋਇਨ ਆਦਿ। ਕੁਇੰਟਲ ਭਾਰ ਨਾਲੋਂ ਕਿਲੋ ਭਾਰ ਕਿਤੇ ਵੀ ਲੈ ਜਾਣਾ ਹੁੰਦਾ ਬਹੁਤ ਸੌਖਾ। ਥਾਂ ਵੀ ਘੇਰਦਾ ਘੱਟ, ਨਾਲੇ ਬਣ ਜਾਂਦਾ ਬੁੱਕਲ ਦਾ ਮਾਲ, ਭਾਵੇਂ ਜੇਬਾਂ 'ਚ ਪਾ ਕੇ ਲੈ ਜਾਓ ਕਿਤੇ ਵੀ। ਜਗੀਰ ਨੇ ਫੋਨ ਕੀਤਾ ਉੱਪਰਲੇ ਮਾਲਕਾਂ ਨੂੰ। ਉਹਨਾਂ ਅਫੀਮ ਦੀ ਥਾਂ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ, ਸਮੈਕ, ਹੈਰੋਇਨ, ਚਰਸ, ਕੈਪਸੂਲ ਤੇ ਹੋਰ ਸਿੰਥੈਟਿਕ ਨਸ਼ਿਆਂ ਦੀ। ਨਸ਼ਿਆਂ ਵਿਰੁੱਧ ਪੁਲਿਸ ਨੇ ਮੁਹਿੰਮ ਵਿੱਢੀ ਹੋਈ। ਵੱਡੇ ਤਸਕਰਾਂ ਨੂੰ ਪੁੱਛਦਾ ਕੋਈ ਨਾ। 10-20 ਰੁਪਏ ਦੀ ਖਾ ਕੇ ਭੁੱਕੀ ਕਰਨ ਵਾਲੇ ਦਿਹਾੜੀ ਦੱਪਾ ਮਜ਼ਦੂਰਾਂ ਨੂੰ ਫੜ ਕੇ ਜੇਲ੍ਹੀਂ ਡੱਕੀ ਜਾਂਦੇ। ਜਦੋਂ ਫੜਿਆ ਗਿਆ ਸਿੰਥੈਟਿਕ ਨਸ਼ਿਆਂ ਦਾ ਇੱਕ ਕੌਮਾਂਤਰੀ ਪਹਿਲਵਾਨ ਤਸਕਰ, ਉਹਨੇ ਸ਼ਰੇਆਮ ਨਾਂ ਲਿਆ ਇੱਕ ਮੰਤਰੀ ਦਾ। ਬੜਾ ਰੌਲਾ ਪਿਆ ਅਖਬਾਰਾਂ 'ਚ, ਪਰ ਜਲਦੀ ਚੁੱਪ ਵਰਤ ਗਈ। ਜਗੀਰ ਦਾ ਹੱਥ ਪੈਂਦਾ ਉੱਪਰ ਤੱਕ। ਵੱਡੇ ਮਹੀਨੇ ਭਰਦਾ, ਨਸ਼ੇ ਵੇਚਦਾ, ਪਰ ਬੜੇ ਪਰਦੇ ਨਾਲ, ਲੁਕ ਲੁਕਾ ਕੇ। ਇਸ ਕੰਮ ਲਈ ਰੱਖੇ ਹੋਏ ਪੱਕੇ ਕਰਿੰਦੇ, ਇੱਕ ਭੁਗਤਾਉਂਦਾ ਆਸੇ-ਪਾਸੇ ਦੇ ਗਾਹਕ, ਇੱਕ ਮਾਲ ਸਪਲਾਈ ਕਰਦਾ ਹੋਰ ਅੱਡਿਆਂ ਤੇ। ਨਸ਼ਿਆਂ ਦੇ ਗੁਲਾਮ ਹੋਏ 2 ਵਿਦਿਆਰਥੀ ਨਸ਼ੇ ਵੇਚਦੇ ਸਕੂਲਾਂ ਕਾਲਜਾਂ 'ਚ ਜਾ ਕੇ। ਗਾਹਕਾਂ 'ਚ ਪੁਲਿਸ, ਪਟਵਾਰੀ, ਟੀਚਰ, ਸਿਆਸੀ ਨੇਤਾ, ਨਿਹੰਗ, ਕਾਲਜਾਂ ਦੇ ਵਿਦਿਆਰਥੀ, ਪਲੇਅਰ, ਕਲਾਕਾਰ, ਬਿਜਲੀ ਮੁਲਾਜ਼ਮ ਆਦਿ ਹੁੰਦੇ। ਇਹ ਵਿਭਿੰਨ ਅਦਾਰਿਆਂ ਦੇ ਨੌਕਰੀ ਪੇਸ਼ਾ ਲੋਕਾਂ ਕੋਲ ਹੁੰਦੇ ਪੈਸੇ, ਵਧੇਰੇ ਮਹਿਕਮੇ, ਵੱਡੇ ਰਿਸ਼ਵਤਖੋਰ। ਪੰਜਾਬ ਦੀ ਜਵਾਨੀ ਬਣਾਤੀ ਸਿਆਸਤ ਨੇ ਨਸ਼ਈ। ਨਸ਼ਾ ਲੈਣਾ ਜਾਂ ਕਰਨਾ ਬਣ ਗਿਆ ਹੋਇਆ ਉਹਨਾਂ ਲਈ ਘੋਰ ਮਜਬੂਰੀ, ਅਤ ਜ਼ਰੂਰੀ। ਜਿੰਦਾ ਰਹਿਣ ਤੇ ਮੁਸ਼ਕਲਾਂ ਤੋਂ ਛੁਟਕਾਰੇ ਦਾ ਰਾਹ ਉਹ ਨਸ਼ਾ ਖਰੀਦਦੇ, ਭਾਵੇਂ ਵੱਢਣਾ ਪਵੇ ਸਿਰ ਮਾਂ ਪਿਓ ਦਾ ਤੇ ਭਾਵੇਂ ਭੈਣ ਭਰਾ ਦਾ। ਉਹਨਾਂ ਨੂੰ ਤਾਂ ਚਾਹੀਦਾ ਹੁੰਦਾ ਨਸ਼ਾ, ਭਾਵੇਂ ਕਿੰਨਾ ਵੀ ਮਹਿੰਗਾ ਹੋਵੇ। ਇੰਨੇ ਮਹਿੰਗੇ ਨਸ਼ਿਆਂ ਤੋਂ ਆਮ ਲੋਕ ਗੁਰੇਜ਼ ਕਰਦੇ। ਇਹ ਸਾਰਾ ਕੰਮ ਹੁੰਦਾ ਮੋਬਾਈਲ ਰਾਹੀਂ। ਗਾਹਕ ਫੋਨ ਕਰਦਾ, ਰੇਟ ਪੁੱਛਦਾ, ਜਿੰਨਾ ਮਾਲ ਲੈਣਾ ਹੋਵੇ ਦੱਸਦਾ, ਅੱਗੋਂ ਜਵਾਬ ਮਿਲਦਾ ਫਲਾਣੇ ਟਿਕਾਣੇ ਤੇ ਪੈਸੇ ਰੱਖ ਦੇ। ਗਾਹਕ ਪੈਸੇ ਰੱਖਦਾ, 10-20 ਮਿੰਟਾਂ ਪਿੱਛੋਂ ਮਾਲ ਉਹਦੇ ਕਬਜ਼ੇ 'ਚ ਹੁੰਦਾ। ਪੱਕੇ ਤੇ ਵਾਕਫ ਗਾਹਕਾਂ ਨੂੰ ਦੇ ਦਿੰਦੇ ਸ਼ਰੇਆਮ। ਜਗੀਰ ਕਈ ਵਾਰੀ ਸੋਚਦਾ, ਰੋਜ਼ਾਨਾ ਅਖਬਾਰ ਭਰੇ ਹੁੰਦੇ, ਰਿਆਂ ਖਿਆਲ ਲੀਡਰ ਵੀ ਬਿਆਨ ਦੇਈ ਜਾਂਦਾ ਹੈ ਨਸ਼ਿਆਂ ਖਿਲਾਫ। ਬੰਦਾ ਪੁੱਛੇ ਵੀ ਪਹਿਲਾਂ ਕਿਹੜਾ ਪੰਜਾਬ ਨਸ਼ਾ ਮੁਕਤ ਸੀ, ਜਾਂ ਕੀ ਅੱਗੋਂ ਹੋ ਜਾਊਗਾ। ਇੱਥੇ ਵਰਤੇ ਜਾ ਰਹੇ ਨਸ਼ੇ ਹਜ਼ਾਰਾਂ ਸਾਲਾਂ ਤੋਂ। ਲੀਡਰ ਤਾਂ ਖੁਦ ਖਾਂਦੇ ਨੇ ਫੀਮ। ਤੇ ਜਗੀਰ ਦਾ ਇੱਕ ਮੁੰਡਾ, ਇੱਕ ਕੁੜੀ। ਘਰ ਵਾਲੀ ਮਰ ਗਈ ਹੋਈ। ਕੁੜੀ ਜਗਰੂਪ ਯੂਨੀਵਰਸਿਟੀ ਪੜ੍ਹਦੀ, ਹੋਸਟਲ 'ਚ ਰਹਿੰਦੀ, ਕਦੇ ਕਦਾਈ ਆਉਂਦੀ। ਮੁੰਡਾ ਹਰਮਨ ਪੜ੍ਹਦਾ ਗੁਰਦਾਸਪੁਰ, BA ਫਾਈਨਲ 'ਚ। ਮੌਜ ਮਸਤੀ 'ਚ ਡੁੱਬਾ, ਅੰਨਾ ਹੋਇਆ ਦੌਲਤ ਦੇ ਨਸ਼ੇ ਨਾਲ। ਜਗੀਰ ਧਿਆਨ ਨਾ ਦਿੰਦਾ ਕਦੇ ਬੱਚਿਆਂ ਵੱਲੋਂ, ਕੀ ਪੜ੍ਹਦੇ, ਕੀ ਸ਼ੌਕ ਰੱਖਦੇ, ਕੋਈ ਇਲਮ ਨਹੀਂ ਹੁੰਦਾ ਉਹਨੂੰ। ਤੇ ਜਦੋਂ ਤੋਂ ਹੋਸ਼ ਸੰਭਾਲੀ ਹਰਮਨ ਨੇ, ਨਸ਼ੇ ਹੀ ਵੇਖਦਾ ਆ ਰਿਹਾ ਘਰ 'ਚ, ਕਈ ਕਿਸਮਾਂ ਦੇ, ਰੰਗਾਂ ਤੇ ਰੇਟਾਂ ਦੇ। ਉਹ ਅੰਦਰੋਂ ਵੇਖਦਾ ਵਿਹੜੇ 'ਚ ਬਣ ਰਹੀ ਹੁੰਦੀ ਭੁੱਕੀ। ਇੱਕ ਟੋਟਾ ਭੁੱਕੀ 'ਚ, ਇੱਕ ਟੋਟਾ ਲੱਕੜ ਦਾ ਬੂਰਾ, ਇੱਕ ਟੋਟਾ ਮੂੰਗਫਲੀ ਦਾ ਛਿਲਕਾ, ਇੱਕ ਟੋਟਾ ਚੌਲਾਂ ਦੀਆਂ ਕਣੀਆਂ, ਇੱਕ ਟੋਟਾ ਰੇਤ ਦੇ ਚੂਨਾ, ਕਦੇ ਵਿੱਚ ਰਲਾਉਂਦੇ ਖਾਕੀ ਜਿਹਾ ਪਾਊਡਰ। ਕੈਪਸੂਲ ਤੇ ਗੋਲੀਆਂ ਪੀ ਕੇ ਵੀ ਮਿਕਸ ਕਰਦੇ। ਇਹੋ ਰੇਤ ਮਿੱਟੀ ਨੂੰ ਦੱਸ ਕੇ ਪਿਓਰ ਭੁੱਕੀ 4 ਜਾਂ 5 ਹਜ਼ਾਰ ਨੂੰ ਵੇਚਦੇ ਕਿਲੋ। ਜਵਾਨੀ ਚੜ੍ਹ ਰਿਹਾ ਹਰਮਨ ਵੇਖ ਕੇ ਹੁੰਦਾ ਬੜਾ ਹੀ ਹੈਰਾਨ। 6ਵੀਂ-7ਵੀਂ ਤੱਕ ਜਾਂਦਿਆਂ ਪੱਟ ਲਿਆ ਹਰਮਨ ਨੂੰ ਨਸ਼ਿਆਂ ਨੇ। ਪਹਿਲਾਂ ਕਦੇ ਕਦਾਈ, ਫਿਰ ਰੋਜ਼ਾਨਾ ਕਰ ਲੈਂਦਾ ਕੋਈ ਨਾ ਕੋਈ ਨਸ਼ਾ। ਫਿਰ ਉਸ ਨਾਲ ਆ ਰਲਿਆ ਰੂਪ। ਉਹ ਬੇਜ਼ਮੀਨੇ ਤੇ ਬੇਰੁਜ਼ਗਾਰ ਪਿਓ ਦਾ ਮੁੰਡਾ ਹੁੰਦਾ, ਜਮਾਂ 2 ਪਾਸ। ਵੇਲੜ ਅਵਾਰਾ ਵੇਖ ਕੇ ਰੂਪ ਨੂੰ ਰੱਖ ਲਿਆ ਜਗੀਰ ਨੇ ਟਰੈਕਟਰ ਦਾ ਡਰਾਈਵਰ। 4000 ਤਨਖਾਹ ਦਿੰਦਾ। ਦੋਵੇਂ ਪੜ੍ਹਦੇ ਵੀ ਇਕੱਠੇ ਰਹੇ ਹੁੰਦੇ, ਜਮਾਂ 2 ਤੱਕ। ਰੂਪ ਹਟ ਗਿਆ, ਹਰਮਨ ਕਾਲਜ ਦਾਖਲ ਹੋ ਗਿਆ। ਰੂਪ ਨੇ ਪਾਈ ਆਦਤ ਸ਼ਰਾਬ ਪੀਣ ਦੀ, ਹਰਮਨ ਨੇ ਲਾਇਆ ਫੀਮ ਸਮੈਕ ਤੇ। ਦੋਵਾਂ ਦੀ ਐਸੀ ਮਿੱਕ ਮਿਲੀ, ਉਹ ਸ਼ਰਾਬ ਵੀ ਪੀਂਦੇ, ਵੱਟ ਕੱਢ ਦਿੰਦੇ ਸਮੈਕ ਤੇ ਫੀਮ ਦੇ। ਹੁਣ ਤਾਂ ਕੈਪਸੂਲ, ਗੋਲੀਆਂ ਜੋ ਵੀ ਮਿਲਦਾ ਛਕ ਜਾਂਦੇ। ਹਰ ਵਕਤ ਗੁੱਟ ਰਹਿੰਦੇ ਨਸ਼ੇ ਨਾਲ। ਜਗੀਰ ਔਖੇ ਵੇਲੇ ਜਦੋਂ ਮਾਲ ਨਾ ਪੁੱਜਦਾ ਸਮੇਂ ਨਾਲ, ਕੰਮ ਵੀ ਲੈਂਦਾ ਦੋਵਾਂ ਤੋਂ। ਕਾਰ ਦੇ ਕੇ ਭੇਜਦਾ, ਜਿਸ ਅੱਡੇ ਤੇ ਉਹ ਲੈ ਆਉਂਦੇ ਜਾ ਕੇ। ਰੂਪ ਦੇ ਹੁੰਦਿਆਂ ਹਰਮਨ ਖੁਦ ਨੂੰ ਸੁਰੱਖਿਅਤ ਸਮਝਦਾ, ਤਗੜਾ, ਬੜਾ ਸੇਫ ਤੇ ਬੇਫਿਕਰ, ਲਾਪਰਵਾਹ ਤੇ ਬੇਪਰਵਾਹ ਵੀ।
ਅੱਜ ਵੀ ਮਾਲ ਛੱਡ ਕੇ ਘਰ ਦੋਵੇਂ ਚਲੇ ਗਏ ਰੋਹੀ ਵਾਲੀ ਬੰਬੀ ਤੇ। ਇਹ ਪੱਕਾ ਟਿਕਾਣਾ ਹੁੰਦਾ ਉਹਨਾਂ ਦੇ ਖਾਣ ਪੀਣ ਦਾ, ਸ਼ੁਗਲ ਮੇਲਾ ਕਰਨ ਦਾ। ਦੋ ਦੋ ਪੈਗ ਪੀ ਕੇ ਉਹਨਾਂ ਝੁੱਟੀ ਲਾਈ ਸਮੈਕ ਦੀ, ਨਸ਼ਾ ਖਾਣ ਲੱਗਾ ਘੁਮੇਰਨੀਆਂ। ਤਰਾਰੇ 'ਚ ਹੋਇਆ ਰੂਪ ਬੋਲਿਆ, ਹਰਮਨ ਇੱਕ ਗੱਲ ਯਾਦ ਆਈ। ਮੀਟ ਦੀ ਡਲੀ ਡੋਲਦੀ ਹੱਥਾਂ 'ਚ। ਹਾਂ ਦੱਸ। ਹਰਮਨ ਉਤਸੁਕ ਹੋ ਗਿਆ। ਮੈਂ ਤਾਂ ਸੱਚੀ ਕੱਲ ਵੇਖੀ ਮਸਤੀ ਦੀ ਕੁੜੀ ਰੇਖਾ। ਉਹ ਮੇਰੇ ਰੱਬਾ, ਹਰਮਨ ਪਰੀਆਂ ਵਰਗੀ, ਲੋੜੇ ਮਾਰਦੀ ਜਵਾਨੀ। ਓਹੋ ਹੋ। ਰੂਪ ਨੇ ਅੱਖਾਂ ਮੀਟ ਲਈਆਂ। ਤੂੰ ਕੰਜਰਾ ਕਦੋਂ ਵੇਖੀ? ਹਰਮਨ ਹੋ ਗਿਆ ਉਤਾਵਲਾ। ਉਹ ਚਾਚੇ ਨੇ ਭੇਜਿਆ ਸੀ ਮਸਤੀ ਨੂੰ ਸੱਦਣ। ਮੈਂ ਤਾਂ ਕਦੇ ਗਿਆ ਨਹੀਂ ਬਹੁਤਾ ਪਿੰਡ 'ਚ। ਇੱਥੇ ਤਾਂ ਤੁਰਿਆ ਫਿਰਦਾ ਵਾਧੂ ਮਾਲ, ਕੁੜੀਆਂ ਦੀਆਂ ਡਾਰਾਂ, ਓਏ ਹੂਰਾਂ ਦੇ ਝੁੰਡ। ਰੂਪ ਚੰਬਲ ਗਿਆ। ਯਾਰ ਤੂੰ ਟਰਾਈ ਮਾਰ, ਚੋਗਾ ਸੁੱਟ ਮੇਰੇ ਵੱਲੋਂ। ਮਾਸ਼ੀ ਫਸੀ ਲੈ, ਹਰਮਨ ਨੇ ਨਿਰਣਾ ਕਰਤਾ। ਪਰ ਇੱਕ ਹੋਰ ਵੀ ਭੇਦ ਹੈ। ਦੱਸਦੇ ਫਸੀ ਹੋਈ ਵਲੈਤੀਆਂ ਦੇ ਕਾਰਜ ਨਾਲ, ਉਸ ਗੁੱਲੀ ਘੜ ਨਾਲ, ਜੱਟਾਂ ਨੂੰ ਛੱਡ ਕੇ ਤਖਾਣ ਨਾਲ ਯਾਰੀ। ਮਰ ਜਾਣ ਵਾਲੀ ਗੱਲ ਜੱਟਾਂ ਲਈ, ਹਰਮਨ ਨੇ ਨਮੋਸ਼ੀ ਮੰਨੀ। ਦੱਸਦੇ ਬੜਾ ਮਾਲ ਕਮਾਉਂਦੀ ਹੈ। ਕਾਰਜ ਨਾਲ ਤਾਂ ਹੈ ਹੀ, ਹੋਰ ਵੀ ਕਈ ਰੱਖੇ ਆ ਯਾਰ। ਭੈਣ ਵੀ ਤੇ ਦਮੋਂ ਦੀ ਆ, ਕਿੰਨੀ ਕੁ ਘੱਟ ਹੋ। ਪਾ ਲੈ ਫਿਰ ਪੰਗਾ ਜ਼ਾਲਮਾ। ਤਾਜ਼ਾ ਮਾਲ ਛਕਿਆਂ ਜੁਗੜੇ ਬੀਤ ਗਏ। ਅਗਲੇ ਦਿਨ ਤੋਂ ਸ਼ੁਰੂ ਕਰਤਾ ਰੂਪ ਨੇ ਆਪਣਾ ਕੰਮ। ਹਰਮਨ ਦਾ ਬੁਲਟ ਲੱਗਾ ਗੇੜੇ ਕੱਢਣ, ਕਦੇ ਸਕੂਲ ਦੇ ਕਦੇ ਪਿੰਡ ਦੇ। ਰੇਖਾ ਦਿਸਦੀ ਨਾ ਕਿਤੇ ਵੀ। ਸਕੂਲ ਅੱਗੇ ਵੇਖਿਆ ਇੱਕ ਦੋ ਵਾਰ, ਪਰ ਮੌਕਾ ਨਾ ਬਣਿਆ ਗੱਲ ਕਰਨ ਦਾ। ਕੋਈ ਮਹੀਨੇ ਪਿੱਛੋਂ ਇੱਕ ਦਿਨ ਸ਼ਾਮੀ ਰੇਖਾ ਆ ਰਹੀ ਹੁੰਦੀ ਸਾਈਕਲ ਤੇ ਕਲਾਨੌਰੋਂ ਸੌਦਾ ਲੈ ਕੇ। ਰੂਪ ਨੇ ਬੁਲਟ ਲਾ ਲਿਆ ਰੇਖਾ ਦੇ ਸਾਈਕਲ ਮੂਹਰੇ। ਹੌਲੀ ਹੌਲੀ ਚਲਾਵੇ। ਤੰਗ ਪਰੇਸ਼ਾਨ ਹੋਈ ਕੁੜੀ ਉਤਰ ਗਈ ਸਾਈਕਲ ਤੋਂ। ਸਮਝ ਗਈ ਇਰਾਦਾ ਚੰਗਾ ਨਹੀਂ ਰੂਪ ਦਾ, ਪਰ ਉਹ ਡਰੀ ਘਬਰਾਈ ਨਹੀਂ, ਭਾਵੇਂ ਨੇੜੇ ਤੇੜੇ ਕੋਈ ਹੁੰਦਾ ਵੀ ਨਹੀਂ। ਸੁਣਾ ਮਿੱਠੋ, ਕੀ ਹਾਲ ਆ ਤੇਰਾ? ਬੁਲਟ ਬੰਦ ਹੋ ਗਿਆ। ਰੇਖਾ ਨਹੀਂ ਬੋਲੀ, ਨੀਵੀਂ ਪਾਈ ਖੜੀ ਰਹੀ, ਕੁਝ ਸੋਚਦੀ। ਵੇਖ ਰੇਖਾ, ਆਪਾਂ ਮਾੜੇ ਨਹੀਂ ਹੈਗੇ ਉਸ ਗੁੱਲੀਗੜ੍ਹ ਤੋਂ। ਦੱਸ ਕਿੰਨਾ ਨਾਵਾਂ ਚਾਹੀਦਾ? ਮੁੰਡਾ ਨਿਸੰਗ ਬੋਲਿਆ। ਕੁੜੀ ਫੇਰ ਨਹੀਂ ਬੋਲੀ। ਰੂਪ ਸਾਈਕਲ ਦੇ ਦੂਜੇ ਪਾਸੇ ਕੋਲ ਖਲੋ ਗਿਆ ਰੇਖਾ ਦੇ। ਰੇਖਾ ਦਾ ਅੰਦਰ ਹਿੱਲ ਗਿਆ। ਉਹਨੇ ਸਾਈਕਲ ਅੱਗੇ ਤੋਰਿਆ। ਰੂਪ ਨੇ ਪਿੱਛੋਂ ਕੈਰੀਅਰ ਫੜ ਲਿਆ। ਸਬਰ ਜਾਂਦਾ ਰਿਹਾ ਕੁੜੀ ਦਾ। ਜਰਾ ਪਿੱਛੇ ਹੋ ਕੇ ਖਲੋ, ਸਾਈਕਲ ਛੱਡ ਦੇ, ਗੱਲ ਕਰ ਹੋਸ਼ ਨਾਲ। ਅੰਨਾ ਹੋਇਆ ਨਸ਼ੇ ਨਾਲ, ਮੇਰੇ ਵੀ ਹੈਗੇ ਨੇ ਦੋ ਹੱਥ, ਕੁੜੀ ਹੌਸਲੇ ਨਾਲ ਬੋਲੀ। ਪਲ ਦੀ ਪਲ ਪਾਰਾ ਰੂਪ ਦਾ ਜਾ ਡਿੱਗਾ ਜ਼ੀਰੋ ਤੋਂ ਹੇਠਾਂ। ਡਰ ਗਿਆ, ਭੈ ਖਾ ਗਿਆ। ਫਿਰ ਸੋਚਦਾ ਮਾਸ਼ੀ ਦੀ ਕੀ ਔਕਾਤ ਜੱਟ ਮੂਹਰੇ ਬੋਲ ਜੇ। ਥੋੜਾ ਠੰਡਾ ਹੋਇਆ ਤਾਂ ਖਿਆਲ ਆਇਆ, ਸਭ ਕੁੜੀਆਂ ਇੰਝ ਹੀ ਬੋਲਦੀਆਂ ਪਹਿਲੀ ਵਾਰ। ਫਿਰ ਉਹ ਧੜੱਲੇ ਨਾਲ ਕਹਿੰਦਾ, ਤੂੰ ਰੇਟ ਦੱਸ ਰਾਤ ਦਾ। ਹਰਮਨ ਦਾ ਸੁਨੇਹਾ ਵੀ ਸਿੱਧੀ ਬੰਬੀ ਤੇ ਆ ਜੇ। ਰੂਪ ਨੇ ਵੱਡਾ ਪ੍ਰਭਾਵ ਪਾਉਣ ਲਈ ਹਰਮਨ ਦਾ ਨਾਂ ਲਿਆ। ਹੁਣ ਰੇਖਾ ਗੂੰਗੀ ਨਹੀਂ ਸੀ ਰਹਿ ਸਕਦੀ। ਸੁਰਖ ਹੋ ਗਈ ਪੈਰਾਂ ਤੱਕ ਸੁਣ ਕੇ। ਬੋਲੀ, ਹਰਾਮਜ਼ਾਦਿਆ, ਰੇਟ ਪੁੱਛ ਆਪਣੀ ਜਾਮਾ ਜਾਂ ਹਰਮਨ ਦੀ ਭੈਣ ਨੂੰ। ਤੂੰ ਤਾਂ ਖੁਦ ਪਲਦਾ ਬੇਗਾਨੇ ਟੁਕੜਿਆਂ ਤੇ। ਤੁਸੀਂ ਤਾਂ ਕਾਰੇ ਦੀ ਜੁੱਤੀ ਅਰਗੇ ਵੀ ਨਹੀਂ। ਗੁੱਸੇ ਨਾਲ ਥੁੱਕ ਕੇ ਚਲੀ ਗਈ ਰੇਖਾ। ਸੁਣ ਕੇ ਰੂਪ ਦਾ ਮੂੰਹ ਟੱਡਿਆ ਗਿਆ। ਸੋਚਦਾ ਇਹ ਤਾਂ ਲਾ ਕੇ ਹੱਥ ਫੜਾ ਗਈ। ਬੇਇੱਜ਼ਤੀ ਕਰਵਾ ਕੇ ਰੇਖਾ ਤੋਂ ਜਾ ਕੇ ਸੀਖ ਲਾਈ ਹਰਮਨ ਨੂੰ, ਯਾਰ ਤੇਰੇ ਬਾਰੇ ਬੋਲੀ ਬੜਾ ਵੱਧ ਘੱਟ। ਅਖੇ ਉਸ ਅਮਲੀ ਨੂੰ ਕਹਿਦੀ ਜਾ ਕੇ ਰੇਟ ਪੁੱਛੇ ਆਪਣੀ ਭੈਣ ਨੂੰ, ਬੜੀ ਵਿਗੜੀ ਏ ਮਾਸ਼ੀ ਯਾਰ। ਰੂਪ ਨੇ ਵੇਖਿਆ ਹਰਮਨ ਵੱਲ। ਸ਼ਬਦਾਂ ਦਾ ਜਾਦੂ ਤੜਫ ਰਿਹਾ ਹੁੰਦਾ ਉਹਦੇ ਚਿਹਰੇ ਤੇ। ਤਿਉੜੀਆਂ ਨਾਲ ਭਰਿਆ ਮੱਥਾ, ਖਿੱਚੇ ਖਿੱਚੇ ਪਰਵੱਟੇ। ਫਿਰ ਉਹ ਗਈ। ਰਾਤ ਤੱਕ ਪੀਂਦੇ ਰਹੇ। ਰੇਖਾ ਵਿਰੁੱਧ ਉਬਲਦਾ ਰਿਹਾ ਗੁੱਸਾ ਗਾਲਾਂ 'ਚ। ਉਹਨਾਂ ਕਈ ਸਕੀਮਾਂ ਘੜੀਆਂ ਰੇਖਾ ਨੂੰ ਕਾਬੂ ਕਰਨ ਲਈ। ਹੁਣ ਉਹ ਪਿੱਛਾ ਵੀ ਕਰਨ ਲੱਗੇ ਰੇਖਾ ਦਾ। ਇੱਕ ਦਿਨ ਸ਼ਰੀਂ ਵੇਖ ਲਿਆ। ਰੇਖਾ ਤੇ ਕਾਰਜ ਨੂੰ ਗੱਲਾਂ ਕਰਦਿਆਂ ਅੱਗ ਲੱਗ ਗਈ ਦੋਵਾਂ ਨੂੰ। ਹਰਮਨ ਸੋਚਦਾ, ਰੇਖਾ ਨੇ ਚੜਾਇਆ ਹੈ ਮੈਨੂੰ, ਕਾਰਜ ਨਾਲ ਯਾਰੀ ਲਾ ਕੇ ਬੇਇੱਜ਼ਤੀ ਕੀਤੀ ਹੈ ਮੇਰੀ। ਸਾਲੀ ਮਰੀ ਫਿਰਦੀ ਹੈ ਦੁੱਕੀ ਦੇ ਤਰਖਾਣ ਤੇ। ਮਾਸ਼ੀ ਨੂੰ ਇੱਕ ਵਾਰ ਜ਼ਰੂਰ ਦੱਸਣਾ ਜੱਟ ਕੀ ਹੁੰਦੇ ਨੇ। ਕਾਂਡ 8ਵਾਂ। ਦਮੋਂ ਦੇ ਵਿਆਹ ਪਿੱਛੋਂ ਘਰ 'ਚ ਹੁੰਦੇ ਹੁਣ ਮਸਤੀ ਤੇ ਰੇਖਾ। ਪਾਲਾ ਬਟਾਲੇ ਤੋਂ ਆਉਂਦਾ ਕਦੇ ਕਦਾਈ। ਜੀ ਭਾਵੇਂ ਦੋਈ, ਖਰਚਾ ਪਰ ਰੋਜ਼ਾਨਾ ਹੁੰਦਾ। ਖੰਡ ਪੱਤੀ ਤੇ ਦੁੱਧ ਹੀ ਮਾਣਨਾ। ਮਸਤੀ ਕੋਈ ਧਿਆਨ ਨਾ ਦਿੰਦਾ ਘਰ ਵੱਲ। ਜੋ ਵੀ ਕਮਾਉਂਦਾ ਖਾ ਪੀ ਛੱਡਦਾ। ਤਾਈ ਪਿਆਰੀ ਦਾ ਬੜਾ ਆਸਰਾ। ਕੋਈ ਚੀਜ਼ ਵੀ ਮੁੱਕਦੀ ਘਰ ਹੁੰਦੀ ਨਾ, ਤਾਈ ਵੇਲਾ ਕੁਵੇਲਾ ਸਾਰ ਦਿੰਦੀ। ਪਾਲਾ ਵੀ ਦੇ ਜਾਂਦਾ ਕਦੇ ਕਦਾਈ 200-400। ਨਸ਼ਿਆਂ ਨੂੰ ਮਸਤੀ ਨੇ ਵਧਾ ਲਿਆ ਹੱਦੋਂ ਵੱਧ। ਦਮੋਂ ਦੇ ਵੱਟੇ ਪੈਸਿਆਂ 'ਚੋਂ ਥੋੜੇ ਬਾਕੀ ਬਚਦੇ। ਜਗੀਰ ਲਿਖੀ ਜਾਂਦਾ 50 ਦੇ 100। ਮਸਤੀ ਹਿਸਾਬ ਕਦੇ ਨਾ ਰੱਖਦਾ ਤੇ ਜਗੀਰ ਨਸ਼ੇ ਦਿੰਦਾ ਮੁੱਲ, ਵਗਾਰ ਕਰਾਉਂਦਾ ਮੁਫਤ। ਰੇਖਾ ਪੜ੍ਹਦੀ 8ਵੀਂ 'ਚ। ਸਭ ਕੁੜੀਆਂ 'ਚੋਂ ਸਿਰ ਕੱਢਦੀ। ਉਪਰਾ ਬੰਦਾ ਵੇਖ ਕੇ ਅੰਦਾਜ਼ਾ ਨਾ ਲਾ ਸਕਦਾ ਉਹਦੀ ਉਮਰ ਦਾ।
ਮੱਕੀ ਦੇ ਆਟੇ ਵਰਗੀ 5.5 ਫੁੱਟ ਤੋਂ ਵੀ ਲੰਬੀ, ਲੰਬੂਤਰਾ ਚਿਹਰਾ, ਛਾਂਟਵਾਂ ਲਚਕੀਲਾ ਜਿਸਮ, ਸਿਆਹ ਮੋਟੀਆਂ ਅੱਖਾਂ, ਸੂਹੇ ਗੁਲਾਬੀ ਬੁੱਲ, ਰਸੇ ਰਸੇ ਗੱਲਾਂ 'ਚ ਪੈਂਦੇ ਡੂੰਘੇ ਡਿੰਪਲ, ਤੇ ਜਦੋਂ ਹੱਸਦੀ ਤੁਰਦੀ ਤਾਂ ਅਹਿਸਾਸ ਹੁੰਦਾ ਮਹਿਕਾਂ ਦੇ ਨਾਲ ਤੁਰਨ ਦਾ। ਭੂਰੇ ਘੁੰਗਰਾਲੇ ਵਾਲਾਂ ਦੀਆਂ ਲਿਟਾਂ ਲਮਕਦੀਆਂ ਨਾਗਾਂ ਵਾਂਗ, ਗੋਰੀਆਂ ਗੱਲਾਂ ਦੇ ਦੋਵੇਂ ਪਾਸੇ ਬੋਝ-ਬੋਝ ਤੁਰਦੀ ਤਾਂ 17 ਵਾਲ ਪੈਂਦੇ ਲੱਕ ਨੂੰ। ਗੱਭਰੂ ਤਾਂ ਇੱਕ ਪਾਸੇ, ਬੁੱਢੇ ਠੇਰੇ ਵੀ ਆਖਦੇ ਇਹੋ ਜਿਹੀ ਮੂਰਤ ਅਸੀਂ ਵੇਖੀ ਨਹੀਂ ਜ਼ਿੰਦਗੀ ਭਰ। ਹੀਰ ਵੀ ਕਿੱਥੇ ਹੋਊ ਏਡੀ ਸੋਹਣੀ, ਨੇਰੇ 'ਚ ਜਗਦੀ ਆ ਮਸ਼ਾਲ ਵਾਂਗ। ਰੇਖਾ ਨਿੱਤ ਪਿਘਲਦੀ ਟੀਵੀ ਕੇਬਲ ਦੀ ਭੱਠੀ 'ਚ, ਗੀਤਾਂ ਦਾ ਅਸਰ ਪੈਰਾਂ 'ਚ, ਫਿਲਮਾਂ ਦਾ ਦਿਮਾਗ 'ਚ ਖੇਡਦੀ ਪਈ ਸੀ। ਉਹਦੇ ਅੰਗਾਂ ਨਾਲ ਜਵਾਨੀ ਦੀ ਗਰਮੀ, ਹੁਸਨ ਦੀ ਤਪਸ਼। ਇਸ਼ਕ ਨੇ ਖੁਰਾ ਨੱਪਿਆ ਹੁਸਨ ਦਾ, ਅਣਜਾਣ ਪੁਣੇ 'ਚ ਹੋ ਗਈ ਜਜ਼ਬਾਤਾਂ ਦੀ ਕੈਦੀ। ਸੁਰਤੀ ਕੋਈ ਨਾ ਰਹੀ, ਡੁੱਬਣ ਤਰਨ ਲੱਗੀ ਕਿਸੇ ਦੇ ਨੈਣਾਂ 'ਚ, ਭਰਮ ਪਾਲ ਬੈਠੀ ਬਰੂਦ ਨਾਲ ਭਾਂਬੜ ਸ਼ਾਂਤ ਕਰਨ ਦਾ। ਉਹਦੇ ਹੁਸਨ ਦੇ ਸੇਕ ਨੇ ਦਿਲ ਪਿਘਲਾ ਦਿੱਤਾ ਇੱਕ ਸ਼ੌਕੀਨ ਗੱਭਰੂ ਦਾ। ਫਾਹ ਲਿਆ ਨਸ਼ੀਲੀ ਤੱਕਣੀ ਨੇ, ਪਾ ਲਿਆ ਪੰਗਾ ਸ਼ਰਾਬੀ ਤੋਰ ਨੇ। ਗੁਲਾਬ ਦੇ ਫੁੱਲਾਂ ਦੀ ਮਹਿਕ ਕਰਨ ਲੱਗੀ ਤੰਗ ਚਿੱਕੜ ਗਾਰੇ 'ਚ ਵਸਣ ਵਾਲਿਆਂ ਨੂੰ। ਉਹ ਕਿਵੇਂ ਬਰਦਾਸ਼ਤ ਕਰਦੇ ਭਲਾ ਸੁਗੰਧ ਨੂੰ? ਉਹਨਾਂ ਦੇ ਦਿਮਾਗ ਤਾਂ ਭਰੇ ਹੋਏ ਗੰਦਗੀ ਨਾਲ। ਆਏ ਦਿਨ ਕਈ ਨਾਂ ਜੁੜਦੇ ਉਹਦੇ ਨਾਂ ਨਾਲ, ਫਿਰ ਝੜ ਜਾਂਦੇ ਕੰਧ ਨਾਲ ਲੱਗੇ ਸੁੱਕੇ ਗੋਹੇ ਵਾਂਗ। ਕਾਰਜ ਮੁੰਡਾ ਹੁੰਦਾ ਵਲੈਤੀਆਂ ਦਾ, ਪਿੰਡ ਵਿੱਚ ਇੱਕੋ ਇੱਕ ਘਰ ਰਾਮਗੜੀਆਂ ਦਾ। ਲੋਕ ਉਹਨਾਂ ਨੂੰ ਵਲੈਤੀ ਆਖਦੇ। ਕਾਰਜ ਦਾ ਪਿਓ ਚਲਾ ਗਿਆ ਇੰਗਲੈਂਡ ਚੜ੍ਹਦੀ ਉਮਰੇ, ਫਿਰ ਲੈ ਗਿਆ ਛੋਟੇ ਭਰਾ ਨੂੰ ਵੀ। ਸਾਲ 2 ਸਾਲ ਪਿੱਛੋਂ ਆਉਂਦੇ, ਕਦੇ ਖਰੀਦ ਲੈਂਦੇ ਜ਼ਮੀਨ, ਕਦੇ ਸ਼ਹਿਰ 'ਚ ਕੋਈ ਕੋਠੀ ਜਾਂ ਪਲਾਟ। ਹੁਣ ਤੱਕ ਪਿੰਡ 'ਚ ਸਭ ਤੋਂ ਵੱਡੀ ਕੋਠੀ ਹੁੰਦੀ ਏ ਵਲੈਤੀਆਂ ਦੀ। ਫਿਰ ਕਾਰਜ ਦਾ ਪਿਓ ਹੋ ਗਿਆ ਕਬਰਾਂ ਦਾ ਵਾਸੀ ਐਕਸੀਡੈਂਟ 'ਚ। ਹੁਣ ਚਾਚਾ ਆਉਂਦਾ ਤੇ ਆਖਦਾ ਕਾਰਜ ਨੂੰ, ਪੜ੍ਹ ਲੈ ਤਕੜਾ ਹੋ ਕੇ, ਲੈ ਜਾਣਾ ਉੱਧਰ ਹੀ ਤੈਨੂੰ ਤੇ ਤੇਰੀ ਮਾਂ ਨੂੰ। 7ਵੀਂ 8ਵੀਂ ਤੱਕ ਪੜ੍ਹਦਾ ਰਿਹਾ ਚੰਗਾ, ਪਰ ਜਲਦੀ ਥਿੜਕ ਗਿਆ। ਆਸੇ ਪਾਸੇ ਦੇ ਸੈਕਸੀ ਮਾਹੌਲ ਨੇ ਲੈ ਲਿਆ ਲਪੇਟ 'ਚ। ਸਿਰ ਨੂੰ ਚੜ੍ਹ ਗਏ ਕੇਬਲ ਤੇ ਸਮਾਰਟਫੋਨ। 10ਵੀਂ ਤੱਕ ਜਾਂਦਿਆਂ ਉਹ ਪਰ ਤੋਲਣ ਲੱਗ ਪਿਆ। ਸੋਹਣਾ ਦਿਲ ਖਿੱਚਵਾਂ ਗੱਭਰੂ ਹੁੰਦਾ। ਕੁੜੀਆਂ ਦੀਆਂ ਨਜ਼ਰਾਂ ਲੱਗੀਆਂ ਵਿੰਨਣ। ਉਹ ਚੀਨੇ ਕਬੂਤਰ ਨੂੰ ਚੋਗਾ ਪਾਉਣਾ ਚਾਹੁੰਦੀਆਂ ਬਿਠਾ ਕੇ ਦਿਲ ਦੇ ਵਿਹੜੇ 'ਚ। ਉਹ ਮਜ਼ਾਕ ਕਰਦੀਆਂ, ਮਿੰਨਾ ਸ਼ਰਮਾਉਂਦੀਆਂ, ਹੱਸਦੀਆਂ, ਕਈ ਤਾਂ ਸੁਪਨਿਆਂ 'ਚ ਮਗਰ ਪਾਉਂਦੀਆਂ, ਕਲਪਨਾ 'ਚ ਰਾਤੀ ਨਾਲ ਸੌਂਦੀਆਂ, ਵਲੈਤ ਜਾਣਾ ਚਾਹੁੰਦੀਆਂ ਕਾਲਜ ਦਾ ਸਹਾਰਾ ਲੈ ਕੇ। ਪਰ ਅਜੇ ਤੱਕ ਕੋਈ ਕੁੜੀ ਭਾਈ ਨਾ ਦਿਲ ਨੂੰ। ਵੇਖਿਆ ਜਲੂਣ ਜਿਹੀ ਨਾ ਹੁੰਦੀ, ਦਿਲ 'ਚ ਤਰੰਗਾਂ ਨਾ ਉੱਠਦੀਆਂ ਨਸ਼ੀਲੀਆਂ, ਲੱਗਦੀਆਂ ਨਾ ਤਾਰੀਆਂ ਅੰਬਰਾਂ ਦੀ ਝੀਲ 'ਚ। ਅਧੂਰਾ ਜਿਹਾ ਹੁੰਦਾ ਸਭ ਕੁਝ, ਧੁੰਦਲਾ ਤੇ ਬੇਪਛਾਣ ਜਿਹਾ। ਇੱਕੋ ਤੱਕਣੀ ਨਾਲ ਕੋਹ ਸੁੱਟਣ ਵਾਲੀ ਕੋਈ ਨਾ ਮਿਲੀ। 10ਵੀਂ ਦੇ ਸਾਲਾਨਾ ਪੇਪਰਾਂ ਤੋਂ ਪਹਿਲਾਂ ਵਿਦਾਇਗੀ ਪਾਰਟੀ ਹੋਈ ਸਕੂਲ 'ਚ। ਸੱਭਿਆਚਾਰਕ ਪ੍ਰੋਗਰਾਮ ਵੀ ਹੋਇਆ। ਇੱਥੇ ਵੇਖਿਆ ਰੇਖਾ ਨੂੰ ਪਹਿਲੀ ਵਾਰ ਕਾਰਜ ਨੇ। ਨੱਚਦਿਆਂ, ਗਿੱਧਾ ਬੋਲੀਆਂ ਪਾਉਂਦਿਆਂ ਲੱਗਾ ਜਿਵੇਂ ਨੱਚਦੀ ਹੋਵੇ ਅੱਗ ਦੀ ਲਾਟ। ਤੇਜ਼ ਚਰਨਾਟਾਂ ਛਿੜੀਆਂ ਜਿਸਮ 'ਚ, ਹੋ ਗਿਆ ਬੇਸੁਰਤ ਜਿਹਾ। ਉਹਦੇ ਪਿੰਡੇ ਤੇ ਫੁੱਟ ਪਿਆ ਚਿਣਗਾਂ ਦਾ ਗੁਬਾਰ। ਸੁੰਦਰ ਤੋਂ ਸੁੰਦਰ ਕੁੜੀਆਂ ਨੂੰ ਤੱਕਿਆ ਵੀ, ਕਦੇ ਤਾਂ ਨਾ ਖਾਧਾ ਉਹਦੇ ਪਿੰਡੇ ਨੇ। ਦੋਸਤਾਂ ਨਾਲ ਸ਼ਹਿਰ ਜਾਂਦਾ, ਚਟਕ ਮਟਕ ਵਾਲੀਆਂ ਕੁੜੀਆਂ ਵੀ ਵੇਖਦਾ, ਪਰ ਕਦੇ ਜਿਸਮ 'ਚ ਜ਼ਲਜ਼ਲਾ ਨਾ ਉੱਠਿਆ ਚਾਹਤ ਦਾ। ਅੱਜ ਪਤਾ ਨਹੀਂ ਕਿਹੋ ਜਿਹਾ ਦਿਨ ਸੀ, ਕੈਸਾ ਪਲ ਸੀ। ਉਹ ਤਨੋਂ ਮਨੋਂ ਚਾਹੁਣ ਲੱਗ ਪਿਆ ਰੇਖਾ ਨੂੰ। ਰੇਖਾ ਵੱਖਰੀ ਤਰ੍ਹਾਂ ਦੀ ਕੁੜੀ ਲੱਗੀ, ਗੰਭੀਰ, ਚੁੱਪ ਕਾਂਬਾ ਛੇੜਦੀ ਜਵਾਨੀ ਵੇਖਣ ਵਾਲੇ ਨੂੰ ਬਾਰ-ਬਾਰ ਝਾਕਣ ਲਈ ਮਜਬੂਰ ਕਰਦੀ ਉਹਦੀ ਸੂਰਤ। ਉਹਦੇ ਚਿਹਰੇ ਤੇ ਮੇਲਾ ਲੱਗਦਾ ਰੰਗਾਂ ਦਾ, ਜਵਾਨ ਦਿਲ 'ਚ ਲਰਜ਼ਦੀਆਂ ਉਮੰਗਾਂ ਦਾ ਜਵਾਰ ਭਾਟਾ। ਕਾਰਜ ਤਾਂ ਹਟ ਗਿਆ ਜਮਾਂ ਦੋ ਕਰਕੇ, ਸਕੂਲ ਨਾਲ ਸਾਂਝ ਪਰ ਹੋਰ ਸੰਘਣੀ ਹੋ ਗਈ। ਚੱਕਰ ਬਣ ਗਿਆ ਹੱਡੀ ਰਚਿਆ ਇਸ਼ਕ। ਲੱਗ ਪਿਆ ਪਿੱਛਾ ਕਰਨ ਰੇਖਾ ਦਾ। ਛੁੱਟੀ ਪਿੱਛੋਂ ਰੋਜ਼ਾਨਾ ਵਿਛਿਆ ਹੁੰਦਾ ਗੇਟ ਮੂਹਰੇ ਛਾਂ ਬਣ ਕੇ। ਰੇਖਾ ਪ੍ਰੈਕਟਿਸ ਕਰਦੀ ਜਿਮਨਾਸਟ ਦੀ ਪੋਲਾਂ ਤੇ, ਕਾਰਜ ਰਹਿੰਦਾ ਤੱਕਦਾ। ਦੂਰੋਂ ਚੋਰੀ ਰੇਖਾ ਦਾ ਰਬੜ ਵਰਗਾ ਜਿਸਮ ਤਪਸ਼ ਭਰ ਦਿੰਦਾ ਖੂਨ 'ਚ। ਰੇਖਾ ਵੀ ਤਾੜ ਗਈ, ਮੁੰਡਾ ਉੱਤੇ ਮਰਿਆ ਪਿਆ। ਹਰ ਮੁਟਿਆਰ ਹੋ ਰਹੀ ਕੁੜੀ ਵਾਂਗ ਰੇਖਾ ਨੇ ਵੀ ਸੁਪਨਿਆਂ 'ਚ ਚਿੱਤਰੇ ਹੋਏ ਸਨ ਇਹੋ ਜਿਹੇ ਗੱਭਰੂ ਦੇ ਨਕਸ਼ ਦਿਲ ਦੀ ਕੈਨਵਸ ਤੇ। ਪਰ ਅੱਜ ਤਾਂ ਦਿਨ ਦਿਹਾੜੇ ਜਾਗਦਿਆਂ ਹੀ ਮੱਲ ਲਈ ਸੀ ਹਿੱਕੜੀ ਉਹਦੀ ਉਹਨਾਂ ਨਕਸ਼ਾਂ ਨੇ। ਹੁਣ ਤੱਕ ਅਡੋਲ ਰਹੇ ਅੰਗਾਂ 'ਚ ਤਰਾਟਾ ਮਾਰ ਉੱਠੀ ਸੀ ਸਿੱਕ, ਕਿਸੇ ਗੱਭਰੂ ਵੱਲੋਂ ਛੂਹੇ ਜਾਣ ਦੀ, ਬਾਹਾਂ 'ਚ ਘੁੱਟ ਵਲੇਟ ਕੇ ਸੀਨੇ ਲਾਉਣ ਦੀ। ਤੜਫ ਉੱਠੀ ਇਕਸਾਰ ਚੱਲਦੀ ਜ਼ਿੰਦਗੀ, ਮਾਸੂਮੀਅਤ ਦਾ ਪਰਦਾ ਅੱਲੜ ਰੂਹ 'ਚ ਭਿੱਜ ਕੇ ਬਣ ਗਈ ਸਤਰੰਗੀ ਪੀਂਗ। ਕਾਰਜ ਦੇ ਫੇਰੇ ਹੋ ਗਏ ਬੇਸ਼ੁਮਾਰ ਗਲੀ 'ਚ। ਮਸਤੀ ਦੇ ਘਰ ਕੋਲ ਆ ਕੇ ਤੋਰ ਧੱਕੇ ਨਾਲ ਹੋ ਜਾਂਦੀ ਹੌਲੀ। ਦਰਵਾਜ਼ਾ ਹੁੰਦਾ ਬੰਦ। ਕਾਰਜ ਮਿਲ ਕੇ ਕੋਈ ਗੱਲ ਕਰਨੀ ਚਾਹੁੰਦਾ ਪਿਆਰ ਦੀ, ਪਰ ਉਹ ਕਦੇ ਮਿਲਦੀ ਨਾ, ਕੱਲੀ ਨਿਵੇਕਲੇ। ਕਾਰਜ ਨੂੰ ਚੜ੍ਹਦੀ ਬੜੀ ਖਿਝ, ਆਉਂਦਾ ਗੁੱਸਾ। ਇੱਕ ਦਿਨ ਅਚਾਨਕ ਮਿਲ ਪਏ ਦੋਵੇਂ ਗਲੀ 'ਚ। ਪਿੰਡ ਦੀਆਂ ਗਲੀਆਂ ਤੇ ਰਾਹਾਂ ਨੂੰ ਵੀ ਪਛਾਣ ਹੋ ਜਾਂਦੀ ਹੈ ਗੱਭਰੂ ਮੁੰਡੇ ਕੁੜੀਆਂ ਦੇ ਪੈਰਾਂ ਦੀ ਧਮਕ ਦੀ।
ਉਹ ਕਿਸੇ ਮੁਟਿਆਰ ਦੇ ਜਿਸਮ ਦੀ ਮਹਿਕ ਵੀ ਪਛਾਣਦੇ ਨੇ ਤੇ ਕਿਸੇ ਵਿਜੋਗਣ ਦਾ ਦਰਦ ਵੀ ਜਾਣਦੇ ਨੇ। ਆਸ਼ਕਾਂ ਦਾ ਹਾਲ ਵੀ ਹੁੰਦਾ ਨਹੀਂ ਗੁੱਝਾ ਉਹਨਾਂ ਤੋਂ। ਐਤਵਾਰ ਹੁੰਦਾ ਏ, ਥੱਬਾ ਸਾਰੇ ਵਾਲ ਝੂਮਦੇ ਰੇਖਾ ਦੀ ਪਿੱਠ ਦੇ ਵਿੱਚੋਂ ਟਿੱਪੇ ਡਿੱਗਦੇ ਪਾਣੀ ਦੇ ਕੱਚ ਤੇ ਮੋਤੀਆਂ ਵਾਂਗ ਕਿਸੇ ਸਹੇਲੀ ਨੂੰ ਮਿਲਣ ਨਿਕਲੀ ਘਰੋਂ ਧੁੱਪ ਦੀ ਬੁੱਕਲ ਮਾਰ ਕੇ। ਤੇ ਜਦੋਂ ਪੈਰ ਪਾਇਆ ਗਲੀ 'ਚ ਮਾੜਾ ਸੁਪਨਾ ਵੇਖਣ ਵਾਂਗ ਉਤਰਬ ਕੇ ਸਾਹਮਣੇ ਮੁਸਕਰਾ ਰਿਹਾ ਹੁੰਦਾ ਕਾਰਜ। ਸੱਜਰੀ ਸਵੇਰ ਵਰਗੀ ਮੁਸਕਰਾਹਟ ਨੇ ਤਾਜ਼ਗੀ ਭਰਤੀ ਉਹਦੇ ਅੰਗਾਂ 'ਚ। ਕੁਦਰਤੀ ਗਲੀ ਸੁੰਨਮਸਾਨ, ਦੋਵਾਂ ਦੇ ਦਿਲ ਧੜਕੇ, ਮੂੰਹ ਲਾਲ ਬਿੰਬ ਹੋ ਗਏ। ਪਹਿਲਾਂ ਦੋਵਾਂ ਦੀ ਚੁੱਪ ਨੇ ਖੰਭ ਫੜਫੜਾਏ। ਚੁੰਨੀ ਨਾਲ ਮੂੰਹ ਲੁਕੋ ਲਿਆ ਰੇਖਾ ਨੇ, ਛੁਪਾਉਣ ਲਈ ਮੁਸਕਾਨ। ਮੁੰਡੇ ਨੇ ਪੈਰ ਦੱਬ ਲਿਆ, ਰੁਕ ਗਈ ਰੇਖਾ ਵੀ। ਸੂਹੀ ਧੁੱਪ ਦਾ ਟੋਟਾ ਪਸਰ ਗਿਆ ਉਹਨਾਂ ਦੇ ਸਿਰਾਂ ਤੇ। ਰੇਖਾ, ਨਾਰਾਜ਼ ਏ? ਝਿਜਕ ਸੀ ਬੋਲਾਂ 'ਚ। ਨਹੀਂ ਤਾਂ ਇੱਥੇ ਕੋਈ ਵੇਖ ਲਓ, ਕੁੜੀ ਨੇ ਸਹਿਮ ਕੇ ਅੱਗੇ ਪਿੱਛੇ ਵੇਖਿਆ। ਹਾਂ ਇਹ ਤਾਂ ਦੱਸ, ਕਿੱਥੇ ਮਿਲੇਂਗੀ? ਪਲੀਜ਼, ਭਾਵੇਂ ਮਿੰਟ ਦੀ ਮਿੰਟ, ਤਰਲਾ ਲਿਆ ਮੁੰਡੇ ਨੇ। ਸਵੇਰੇ 4 ਵਜੇ ਗਰਾਊਂਡ ਵਿੱਚ ਟਾਹਲੀ ਹੇਠ ਖਲੋਣੀ। ਮੈਂ ਪ੍ਰੈਕਟਿਸ ਕਰਨ ਆਈ ਮਿਲਾਂਗੀ। ਕੁੜੀ ਪੈਰਾਂ ਤੱਕ ਥਿਰਕ ਗਈ। ਹੱਸਦੀਆਂ ਅੱਖਾਂ 'ਚ ਲਿਸ਼ਕ ਦਾ ਮੂੰਹ ਸੀ, ਸੂਹੇ ਹੋਠਾਂ ਤੇ ਮੁਸਕਰਾਹਟ ਸੀ ਫੁੱਲਾਂ ਦੇ ਗੁੱਛੇ ਵਰਗੀ। ਰੇਖਾ ਦੀ ਭੋਰਾ ਭਰ ਹਾਂ ਨੇ ਭਰ ਦਿੱਤਾ ਕਾਰਜ ਨੂੰ ਖੁਸ਼ੀ ਦੇ ਹੁਲਾਰੇ ਨਾਲ। ਦਿਲ ਉੱਡਣ ਨੂੰ ਕਰੇ, ਚੈਨ ਨਾ ਆਇਆ ਘਰ ਵੀ। ਬਗੈਰ ਮਤਲਬੋਂ ਜਾ ਖੜਾ ਸਕੂਲ ਕੋਲ। ਸ਼ਾਂਤ ਪਰ ਇੱਥੇ ਵੀ ਨਾ ਹੋਇਆ, ਕੁਝ ਐਤਵਾਰ ਕਰਕੇ ਵੀ ਆਪਣੇ ਜਿਉਂਦੇ ਸੁਪਨੇ ਦੀ ਹੋਂਦ ਬਗੈਰ। ਸਕੂਲ ਲੱਗਾ ਕਬਰਾਂ ਵਾਂਗ ਮਾਰੂਥਲ ਦੇ ਪਿਆਸੇ ਰਾਹੀ ਨੂੰ, ਜਿਵੇਂ ਅਚਾਨਕ ਦਿਸ ਪਿਆ ਹੋਵੇ ਚਸ਼ਮਾ ਲੰਮੇ ਸਫ਼ਰ ਪਿੱਛੋਂ। ਜਿਵੇਂ ਕਿਵੇਂ ਤੜਫਦਿਆਂ ਰਾਤ ਬੀਤੀ। ਕਾਰਜ 4 ਵਜੇ ਹੀ ਜਾ ਬੈਠਾ ਟਾਹਲੀ ਹੇਠ। ਸੰਘਣੇ ਹਨੇਰੇ ਵਿੱਚੋਂ ਵੀ ਹੁਸੀਨ ਚਿਹਰਾ ਰੇਖਾ ਦਾ ਦਗਦਾ ਦਿਸਦਾ ਸੂਰਜ ਵਾਂਗ। ਉਹਦੇ ਚਿਹਰੇ ਤੇ ਖਿੜੀ ਜਵਾਨੀ ਗੁਲਾਬੀ ਰੰਗ ਦੀ ਰਹਿੰਦੀ ਹਰ ਪਲ ਸਾਹਮਣੇ। ਰੇਖਾ ਆਈ ਲੋ ਲੱਗਣ ਤੋਂ 2 ਕੁ ਪਲ ਪਹਿਲਾਂ। ਕਾਰਜ ਉੱਠਿਆ ਝਟਕੇ ਨਾਲ। ਇੱਕ ਮਹਿਕ ਦਾ ਆਕਾਰ ਆ ਖਲੋਤਾ ਨੇੜੇ, ਕੋਲ ਖੜੇ, ਗੱਲ ਪਰ ਕੋਈ ਹੋਵੇ ਨਾ। ਹੌਸਲਾ ਕਰਕੇ ਕਾਰਜ ਨੇ ਹੱਥ ਫੜ ਲਿਆ ਰੇਖਾ ਦਾ। ਦੋਵਾਂ ਦੇ ਜਿਸਮਾਂ ਅੰਦਰ ਛਿੜਪੀਆਂ ਮਿੱਠੀਆਂ ਕੰਬਦੀਆਂ ਚਰਨਾਟਾਂ। ਕੁੜੀ ਦੇ ਕੂਲੇ ਹੱਥਾਂ ਦੀ ਛੋਹ ਨੇ ਕੀਤਾ ਜਾਦੂ। ਕਾਰਜ ਬੋਲ ਹੀ ਪਿਆ, ਰੇਖਾ ਸੱਚ ਮੰਨੀ, ਮੈਨੂੰ ਪਿਆਰ ਹੋ ਗਿਆ ਤੇਰੇ ਨਾਲ। ਬੋਲ ਮੱਧਮ ਸਨ। ਚੈਨ ਆ ਗਿਆ ਕਾਰਜ ਨੂੰ ਮਨ ਦੀ ਗੱਲ ਕਹਿ ਕੇ। ਰੇਖਾ ਦੇ ਬੁੱਲਾਂ ਤੇ ਸ਼ਬਦ ਆਉਂਦੇ ਪਰ ਭੁਰ ਜਾਂਦੇ। ਫਿਰ ਹਿੱਕ ਦੇ ਪੂਰੇ ਜ਼ੋਰ ਨਾਲ ਕਹਿੰਦੀ, ਤੈਨੂੰ ਮਿਲ ਕੇ ਮਹਿਸੂਸ ਹੁੰਦਾ ਹੈ ਜਿਵੇਂ ਮਿਲਦੇ ਹੋਈਏ ਕਈ ਸਾਲਾਂ ਤੋਂ। ਉਹਦੀਆਂ ਅੱਖਾਂ ਫੇਰ ਹੋ ਗਈਆਂ ਨੀਵੀਆਂ, ਬੁੱਲ ਮਿਟ ਗਏ ਸਿੱਪਾਂ ਵਾਂਗ। ਕਾਰਜ ਨੇ ਫੜ ਲਿਆ ਉਹਦਾ ਗੋਰਾ ਨਿੱਛੂ ਹੱਥ। ਤੇਰੀਆਂ ਲੰਮੀਆਂ ਉਂਗਲਾਂ ਨੇ ਜਿਵੇਂ ਪਾਣੀ 'ਚ ਕਮਲ ਧਰਦੇ ਹੋਣ। ਰੇਖਾ ਨੇ ਸ਼ਰਮਾ ਕੇ ਫੇਰ ਲਿਆ ਮੂੰਹ। ਕਾਰਜ ਵੀ ਉਸੇ ਪਾਸੇ ਹੋ ਗਿਆ। ਰੇਖਾ ਬੋਲ, ਕੀ ਸੋਚਣੀ ਹੈ? ਕੀ ਤੂੰ ਵੀ ਕੁਝ ਤਾਂ ਬੋਲ। ਦਿਸਦਾ ਹਨੇਰੇ 'ਚ ਕੁਝ ਨਾ, ਚਿਹਰਿਆਂ ਦੇ ਪ੍ਰਭਾਵ ਨਾ, ਸਰੀਰਾਂ ਦੀ ਥਿਰਕਣ ਨਾ ਕੰਬਣੀ। ਰੇਖਾ ਹੋਰ ਨੇੜੇ ਹੋ ਗਈ। ਕਾਰਜ ਨੇ ਘੁੱਟ ਲਿਆ ਛਾਤੀ ਨਾਲ। ਰੇਖਾ ਦਾ ਸਿਰ ਉਹਦੇ ਮੋਢੇ ਤੇ ਟਿਕ ਗਿਆ, ਐਵੇਂ ਪਲ ਦੀ ਪਲ। ਹੱਥਾਂ ਨੇ ਹੱਥਾਂ ਨੂੰ ਘੁੱਟਿਆ ਪਲੋਸਿਆ। ਰੂਹ ਨਸ਼ਿਆਉਂਦੀ ਕੰਬਣੀ ਪਹਿਲਾਂ ਹੋਈ ਸਰੀਰਾਂ 'ਚ, ਫਿਰ 4 ਚੁਫੇਰੇ ਫੈਲ ਗਈ ਕਲੀਆਂ ਦੀ ਮਹਿਕ ਵਾਂਗ। ਹੋਸ਼ ਪਰਤੀ, ਦੋਵੇਂ ਨਿਖੜ ਗਏ। ਹੁਣ ਪਿਆਰ ਦੀ ਦੌਲਤ ਸਾਂਝੀ ਹੋ ਗਈ ਦੋਵਾਂ ਦੀ। ਉਹਨਾਂ ਦਿਲਾਂ ਦੀ ਧਰਤੀ ਦੇ ਬੀਜ ਦਿੱਤੇ ਪਿਆਰ ਦੇ ਫੁੱਲ। ਇਹ ਘੜੀ ਪਲ ਦਾ ਸੁਲਾਹਨਾਮਾ ਨਹੀਂ ਸੀ, ਇਕਰਾਰਨਾਮਾ ਸੀ ਪੱਕਾ ਪੱਥਰ ਵਰਗਾ। ਅਨੁਭਵ ਮਿੱਠਾ ਜਿਹਾ ਪਿਆਰ ਦਾ, ਝਿਜਕ ਚੁੱਪ ਬੋਲਾਂ ਦੀ ਤਾਰ ਕੰਬਣੀ, ਬੇਪਨਾਹ ਮੁਹੱਬਤ ਦੀਆਂ ਅਣਸੁਣੀਆਂ ਆਵਾਜ਼ਾਂ ਦਾ ਸ਼ੋਰ। ਇਹੀ ਪਿਆਰ ਦਾ ਹੁੰਦਾ ਚਿੰਨ੍ਹ, ਨਿਸ਼ਾਨੀ। ਜਵਾਨੀ ਦੀਆਂ ਅਲੜ ਅਦਾਵਾਂ ਨੇ ਬੰਨ੍ਹ ਦਿੱਤਾ 2 ਦਿਲਾਂ ਨੂੰ ਅਣਦਿਸਦੀ ਪਿਆਰ ਦੀ ਤੰਦ ਨਾਲ। ਪਹਿਲਾਂ ਵੇਖ ਕੇ ਮੁਸਕਾ ਪੈਂਦੇ, ਫਿਰ ਸ਼ੁਰੂ ਕਰਤਾ ਹੋਠਾਂ ਨੇ ਹਰਕਤ ਦੀ ਚਾਸ਼ਨੀ 'ਚ ਡੁੱਬਣਾ, ਤਰਨਾ। ਹਲਕੇ ਜਿਹੇ ਸਹਿਮ 'ਚ ਨਿਤਰੀ ਬੋਲਾਂ ਦੀ ਟੁਣਕਾਰ, ਸੰਗੀਤਕ ਸੁਰਾਂ ਵਾਂਗ ਉੱਭਰਦੀ ਝਾਕਾ ਜਾ ਮਿਲਿਆ ਰਸਤਿਆਂ ਦੀ ਭੁੱਬੜ ਵਿੱਚ। ਦਿਲ 'ਚ ਉੱਠਦੀਆਂ ਲੂਰੀਆਂ ਸੀਮਤ ਜਿਹੇ ਵਕਤ ਵਿੱਚ ਅੰਗੜਾਈ ਨਾ ਲੈਂਦੀਆਂ। ਦਿਲਾਂ 'ਚ ਵਲਵਲੇ ਤੜਫਦੇ, ਮਿਲਣ ਪਿੱਛੋਂ ਵੀ ਭਰਮ ਹੁੰਦਾ ਵਰਿਆਂ ਦੇ ਮਿਲੇ ਹੋਣ ਦਾ। ਖੂਨ ਸਰਕਦਾ ਪਰ ਤਪਸ਼ ਨਾ ਦਿੰਦਾ। ਪਿਆਸੇ ਦੇ ਬੁੱਲਾਂ ਨੂੰ ਪਾਣੀ ਲਾ ਕੇ ਰੋੜ ਦੇਣ ਵਰਗਾ ਹੁੰਦਾ। ਕੁਝ ਖਾਲੀ ਤੇ ਊਣਾ ਜਿਹਾ। ਮੋਬਾਈਲ ਤੇ 10 ਪੁੱਛ ਲੈਂਦੇ ਖਬਰਸਾਰ, ਬੰਦ ਰੱਖਣਾ ਚਾਹੁੰਦੇ ਆਪਣੇ ਪਿਆਰ ਨੂੰ 7 ਪਰਦਿਆਂ 'ਚ, ਜਿਹਦੀ ਸੂਹ ਨਾ ਹੋਵੇ ਰੁੱਖਾਂ ਤੇ ਰਸਤਿਆਂ ਨੂੰ ਵੀ। ਦਿਲਾਂ 'ਚ ਬਾਲ ਕੇ ਅੱਗ ਮੁਹੱਬਤ ਦੀ ਸੇਕਣ ਲੱਗ ਪਏ ਦੋਵੇਂ। 8ਵੀਂ ਦਾ ਰਿਜ਼ਲਟ ਆਇਆ। ਰੇਖਾ ਫਸਟ ਹਾਈ ਸਕੂਲ 'ਚੋਂ। ਵੱਡੀ ਖੁਸ਼ੀ ਹੋਈ ਕਾਰਜ ਨੂੰ। ਇੱਕ ਦਿਨ ਸ਼ਰਾਬੀ ਮਸਤੀ ਨੂੰ ਕਾਰਜ ਘਰ ਛੱਡਣ ਗਿਆ। ਰੇਖਾ ਸਾਹਮਣੇ ਕਮਰੇ 'ਚੋਂ ਨਿਕਲੀ, ਖਿੜ ਗਈ ਫੁੱਲਾਂ ਵਾਂਗ ਵੇਖ ਕੇ। ਯਾਰ ਆਇਆ ਸੀ ਉਹਦੇ ਘਰ,
ਪਰ ਫੈਲਾਏ ਮਨ ਦੀ ਮੈਨਾ ਨੇ। ਨੈਣਾ ਨੇ ਨੈਣਾ ਨੂੰ ਜੀ ਆਇਆ ਆਖਿਆ। ਦਿਲ ਨੇ ਦਿਲ ਦੀ ਸਲਾਮ ਕਬੂਲੀ ਮੁਸਕਰਾ ਕੇ। ਉਹਨਾਂ ਮੰਜੀ ਤੇ ਪਾਤਾ ਮਸਤੀ ਨੂੰ। ਕਾਰਜ ਖਲੋ ਗਿਆ ਹਨੇਰੇ 'ਚ ਬਾਥਰੂਮ ਦੀ ਕੰਧ ਕੋਲ, ਯਾਰ ਦਾ ਨਜ਼ਾਰਾ ਲੈਣ, ਅੱਖਾਂ ਤੱਤੀਆਂ ਕਰਨ। ਕਾਰਜ ਬੈਠ ਜਾ, ਖੜਾ ਕਿਉਂ ਏ ਬੇਗਾਨਿਆਂ ਵਾਂਗ। ਕੁੜੀ ਦੇ ਬੋਲ ਗੁੱਟ ਕੇ। ਤੇਰੀ ਪਈ ਆਈ ਹੈ ਡਿਵੀਜ਼ਨ, ਵਧਾਈ ਬਣਦੀ ਤੇਰੇ ਵੱਲ। ਦੱਸ ਕਦੋਂ ਦੇਵੇਂਗੀ। ਮੁੰਡੇ ਨੇ ਬੁੱਲਾਂ ਤੇ ਜੀਭ ਫੇਰੀ। ਦੱਸ ਕੀ ਖਾਣਾ ਪੀਣਾ। ਖਾਣਾ ਨਾ ਪੀਣਾ, ਬਸ ਇੱਕ ਕਿਸ ਦੇ ਦੇ, ਇੱਕ ਜੱਫੀ। ਬੋਲ ਹੋਰ ਧੀਮੇ ਹੋ ਗਏ। ਜਾ ਗੰਦਾ। ਹੋਰ ਨੇੜੇ ਆ ਕੇ ਪਾਪਾ ਵੇਖ ਲਊ ਕਦੇ ਫੇਰ ਸਹੀ, ਹੁਣ ਤੂੰ ਜਾ। ਇਸ਼ਾਰਾ ਕੀਤਾ ਕੁੜੀ ਨੇ ਗੁੱਜੇ ਭੇਦ ਵਾਂਗ। ਪਲੀਜ਼ ਰੇਖਾ। ਮਸੀਂ ਮੌਕਾ ਮਿਲਿਆ। ਮੁੰਡਾ ਰੋਣ ਵਾਲਾ ਹੋ ਗਿਆ। ਤਰਸ ਆ ਗਿਆ ਕੁੜੀ ਨੂੰ। ਅੰਦਰ ਕੁਝ ਤਿੜਕਿਆ। ਡੋਲਦੇ ਜਿਹੇ ਕਦਮਾਂ ਨਾਲ ਚਲੀ ਗਈ ਕਾਰਜ ਕੋਲ। ਉਹਨੇ ਘੁੱਟ ਲਿਆ ਬਾਹਾਂ 'ਚ। ਕੁੜੀ ਦੇ ਨਾ ਕਰਦਿਆਂ ਵੀ ਚੁੰਮਿਆ ਅੰਨ੍ਹੇਵਾਹ। ਕੁੜੀ ਨੇ ਬਨੌਟੀ ਜਿਹਾ ਵਿਰੋਧ ਕੀਤਾ, ਕੋਸ਼ਿਸ਼ ਕਰੇ ਛੁੱਟਣ ਦੀ, ਝੂਠੀ ਜੀ, ਪਰ ਸਭ ਵਿਅਰਥ। ਮੁੰਡਾ ਕਹੇ ਇੱਕ ਕਲਾਸ ਦੀ, ਇੱਕ ਵਿਆਜ ਤੈਨੂੰ ਮਾਂ। ਕਾਰਜ ਨੇ ਹੋਠ ਚੁੰਮੇ। ਰੇਖਾ ਨੂੰ ਲੱਗਾ ਜਿਵੇਂ ਸ਼ਹਿਦ ਡੁੱਲ ਗਿਆ ਹੋਵੇ ਬੁੱਲਾਂ ਤੇ। ਮੁੰਡੇ ਨੂੰ ਪਰਾਂ ਤਾਂ ਕਰ, ਪਰ ਦਿਲੋਂ ਨਹੀਂ ਚਾਹਵੇ ਉਹ। ਅਖੀਰ ਹੱਸਦਾ ਕਾਰਜ ਚਲਾ ਗਿਆ ਘਰ ਨੂੰ। ਰੇਖਾ ਹੁਣ ਰਹਿਣ ਲੱਗੀ ਉਸ ਦੁਨੀਆ 'ਚ ਜਿਸ 'ਚ ਹਰ ਯਾਦ ਉੱਤੇ ਅੰਗ ਧੜਕਦੇ ਤੇ ਰੂਹ ਫਰਕਦੀ ਏ। ਫੁੱਟ ਪੈਂਦੇ ਨੇ ਅੰਦਰੋਂ ਚਸ਼ਮੇ ਮੁਹੱਬਤ ਵਰਗੀ ਸ਼ੈ ਦੇ। ਉੱਡੂ ਕਰਦੀ ਕਾਰਜ ਦੀ ਮਲੂਕ ਜਿੰਦ ਦਾ ਪੰਛੀ ਲਿਪਟਦਾ ਜਾ ਰਿਹਾ ਉਹਦੇ ਮਲੂਕ ਜਿਸਮ ਦੁਆਲੇ। ਇੱਕ ਖਾਸ ਹੱਦ ਅੰਦਰ ਮਿਲਦੇ ਰਹੇ ਦੋਵੇਂ। ਜੇ ਕਾਰਜ ਵਧੇਰੇ ਪਿਘਲ ਜਾਂਦਾ, ਤੰਗ ਕਰਦਾ, ਰੇਖਾ ਘੂਰੀ ਵੱਟਦੀ, ਰੁੱਸ ਪੈਂਦੀ। ਉਹ ਮਨਾਉਂਦਾ ਫਿਰਦਾ ਤਰਲੇ ਕਰਕੇ। ਰੇਖਾ ਦੇ ਅੰਗ ਸੰਗ ਹੁੰਦੀ ਦਮੋਂ ਦੀ ਕਹਾਣੀ। ਉਹਦੇ ਮਨ ਮਸਤਕ ਨੇ ਕਰ ਲਿਆ ਹੋਰ ਮਜ਼ਬੂਤ, ਅੱਗ ਤੋਂ ਦੂਰ ਰਹਿਣ ਦਾ ਵਿਚਾਰ। ਰੇਖਾ ਅੱਗੇ ਹੋਰ ਪੜ੍ਹਨਾ ਚਾਹੁੰਦੀ। ਮਸਤੀ ਕਰ ਗਿਆ ਨਾ। ਅਖੇ ਹੋਰ ਪੜ੍ਹਨ ਦਾ ਕੀ ਫਾਇਦਾ। ਨੌਕਰੀ ਨਹੀਂ ਮਿਲਦੀ ਰਿਸ਼ਵਤ ਤੇ ਸਿਫਾਰਿਸ਼ ਬਗੈਰ। ਉਹ ਸਾਡੇ ਕੋਲ ਹੈ ਨਹੀਂ। ਤੂੰ ਰਮਾਨ ਨਾਲ ਘਰ ਬਹਿ। ਰੇਖਾ ਨੇ ਜ਼ਿੱਦ ਕੀਤੀ। ਫੋਨ ਕੀਤਾ ਪਾਲੇ ਨੂੰ। ਉਹ ਅਗਲੇ ਦਿਨ ਹੀ ਆ ਗਿਆ। ਉਸ ਪੱਖ ਪੂਰਿਆ ਰੇਖਾ ਦਾ। ਕੁਝ ਖਰਚਾ ਦੇਣਾ ਵੀ ਮੰਨਿਆ। ਆਖਿਆ ਪਿੰਡ 'ਚ ਸਕੂਲ ਹੈ, ਡਰ ਕਾਹਦਾ। ਮਸਤੀ ਨੂੰ ਝੁਕਣਾ ਪਿਆ। ਰੇਖਾ ਦਾਖਲ ਹੋ ਗਈ 9ਵੀਂ 'ਚ। ਕਾਰਜ ਤੇ ਰੇਖਾ ਦਾ ਪਿਆਰ ਲੈਂਦਾ ਰਿਹਾ ਹੁਲਾਰੇ, ਛੱਡਦਾ ਰਿਹਾ ਚੰਗਿਆੜੇ। ਮਿਲਦੇ ਪਰ ਲੁਕ ਛਿਪਕੇ, ਨਦੀ ਦੇ ਦੋ ਕੰਢਿਆਂ ਵਿਚਾਲੇ ਵਗਣ ਵਾਲੇ ਪਾਣੀ ਵਾਂਗ। ਕਾਂਡ 9। ਬਿੰਦਰ ਸਿੰਘ ਪੂਰਾ ਅੰਮ੍ਰਿਤਧਾਰੀ ਸਿੰਘ। ਵੇਖਣ ਨੂੰ ਲੱਗਦਾ ਬੜਾ ਸਾਊ ਤੇ ਗੰਭੀਰ। ਪੂਰਨ ਖਾਲਸਾ, ਨਿਰੋਲ ਸਿੱਖ। ਦਿੱਖ ਬੜੀ ਅਜੀਬ, ਨਵੇਕਲੀ, ਕੁਦਰਤੀ ਖੋਦਾ। ਠੋਡੀ ਤੇ ਐਵੇਂ ਚੱਪਕ ਦਾੜੀ ਵਿਰਲੀ ਜਿਹੀ। ਅੱਧਿਓਂ ਬਹੁਤੇ ਝੜ ਗਏ ਹੋਏ ਵਾਲ ਸਿਰ ਦੇ। ਦਾੜੀ ਮੁੱਛਾਂ ਹੀ ਨਹੀਂ, ਉਹਦੇ ਭਰਵੱਟੇ ਵੀ ਹੋ ਗਏ ਹੋਏ ਚਿੱਟੇ। ਹਰ ਹਫ਼ਤੇ ਵਸਮਾ ਲਾਉਂਦਾ। ਜਦੋਂ ਕਾਲੀ ਜੀ ਲੇਵੀ ਲਾਉਂਦਾ, ਸਿਰ ਮੂੰਹ ਤੇ ਭਰਵੱਟਿਆਂ ਨੂੰ ਬੜਾ ਡਰਾਉਣਾ ਲੱਗਦਾ। ਲਹੂ ਪੀਂਦੇ ਰਾਖਸ਼ ਦੀ ਤਸਵੀਰ ਵਰਗਾ। ਬਸੰਤ ਸਿੰਘ ਛੋਟੀ ਉਮਰੇ ਮਾਰਿਆ ਗਰੀਬੀ ਦਾ, ਚਲਾ ਗਿਆ ਸਿੰਗਾਪੁਰ। ਘਰ ਤਾਂ ਹੁੰਦੀ ਚਿੱਟੀ ਭੁੱਖ ਨੰਗ। 3 ਭਰਾ, 2 ਕਿੱਲੇ ਝੁੰਗੇ 'ਚ ਜ਼ਮੀਨ, ਉਹ ਵੀ ਪਈ ਗਹਿਣੇ। ਉਹਨੇ ਸਖਤ ਮਿਹਨਤ ਕੀਤੀ, ਸਥਾਨਕ ਭਾਸ਼ਾ ਸਿੱਖ ਲਈ। ਨੌਕਰੀ ਮਿਲ ਗਈ ਇੱਕ ਕਾਰਖਾਨੇ 'ਚ। ਉੱਥੇ ਰਹਿੰਦੇ ਲੁਧਿਆਣੇ ਜ਼ਿਲ੍ਹੇ ਦੇ ਇੱਕ ਜੱਟ ਨੇ ਰਿਸ਼ਤਾ ਕਰਤਾ ਆਪਣੀ ਕੁੜੀ ਦਾ। ਕਰਵਾ ਕੇ ਵਿਆਹ ਪਿੰਡ ਲੈ ਆਇਆ ਜੀਤੋ ਨੂੰ। ਸਭ ਤੋਂ ਪਹਿਲਾਂ ਜ਼ਮੀਨ ਵੰਡੀ ਭਰਾਵਾਂ ਨਾਲੋਂ, ਫਿਰ ਪੁਰਾਣਾ ਘਰ ਢਾਹ ਕੇ ਬਣਾਈ ਖੁੱਲੀ ਡੁੱਲੀ ਕੋਠੀ, ਜਿਸ 'ਚ ਨਵੇਂ ਯੁੱਗ ਦੀਆਂ ਸਾਰੀਆਂ ਸਹੂਲਤਾਂ। 4 ਦੀਵਾਰੀ ਕਰਕੇ ਲਾਇਆ ਵੱਡਾ ਗੇਟ, ਵਿੱਚ ਬਾਰੀ ਰੱਖ ਲਈ ਇਕੱਲੇ ਕਾਰੇ ਦੇ ਲੰਘਣ ਲਈ। ਬਿੰਦਰ ਦੀ ਵੰਡ ਕੇ ਲੋਹੜੀ। ਉਹ ਚਲਾ ਗਿਆ ਵਾਪਸ। ਜ਼ਿੱਦ ਕੀਤੀ ਜੀਤੋ ਨੇ ਜਾਣ ਲਈ ਨਾਲ, ਪਰ ਜਲਦੀ ਲੈ ਜਾਣ ਦਾ ਲਾਰਾ ਲਾ ਕੇ ਚੜ੍ਹ ਗਿਆ ਉਹ ਗੱਡੀ। ਫਿਰ ਉਹ 1-2 ਸਾਲ ਪਿੱਛੋਂ ਆਉਂਦਾ, ਮਹੀਨਾ ਕੁ ਰਹਿੰਦਾ, ਕਿਸੇ ਦੇ ਜਾਂਦਾ ਨਾ ਕੋਈ ਆਉਂਦਾ। ਉਹਦੇ ਘਰ ਛੁੱਟੀ ਮੁੱਕਦੀ, ਖਿਸਕ ਜਾਂਦਾ ਝੋਰਾ ਮੰਗ। ਉਹਨੇ ਨਿਆਈ 'ਚ ਜ਼ਮੀਨ ਖਰੀਦੀ, 3 ਏਕੜ ਬੋਰ ਕਰਾਇਆ, ਕੋਠਾ ਪਾਇਆ, ਵਿੱਚ ਇੰਜਣ ਲਾਇਆ। ਜ਼ਮੀਨ ਠੇਕੇ ਤੇ ਦੇ ਛੱਡਦਾ। ਹੁਣ ਤਾਂ ਜਿੰਨੇ ਪੈਸੇ ਭੇਜਦਾ ਖਾ ਪੀ ਛੱਡਦੇ ਮਾਂ ਪੁੱਤ। ਬਿੰਦਰ ਆਏ ਸਾਲ ਕਰਦਾ ਗਿਆ ਜੁੱਤੀਆਂ, ਕੱਪੜੇ ਤੰਗ। 5ਵੀਂ ਕਰਕੇ ਪੈ ਗਿਆ ਹਾਈ ਸਕੂਲ 'ਚ। ਵਿਗੜਿਆ ਤਾਂ ਹੋਇਆ ਬਚਪਨ ਤੋਂ ਹੀ। ਜੀਤੋ ਘਰ 'ਚ ਫਿਰ ਕੋਈ ਬੱਚਾ ਨਾ ਹੋਇਆ, ਇਕੱਲਾ ਹੋਣ ਕਰਕੇ ਮਾਂ ਦਾ ਵੱਡਾ ਲਾਡਲਾ। 6ਵੀਂ ਜਮਾਤ 'ਚ ਆ ਕੇ ਵੀ ਅਬੁੱਝ ਬੁਝਾਰਤ ਹੁੰਦੀ ਏ 35 ਅੱਖਰੀ ਉਸ ਲਈ। ਜਮਾ ਘਟਾਓ ਦੇ ਸਵਾਲ ਵੱਡਾ ਗੋਰਖ ਧੰਦਾ। ਅਵਾਰਾ ਮੁੰਡੇ ਬਣ ਗਏ ਉਹਦੇ ਯਾਰ ਬੇਲੀ। ਮਾਰੂ ਅਸਰ ਪਾਇਆ ਟੀਵੀ ਤੇ ਕੇਬਲ ਨੇ। ਫਿਰ ਸਮਾਰਟਫੋਨ ਲੈ ਲਿਆ। ਮਾਂ ਸੋਚਦੀ ਖੌਰੇ 10ਵੀਂ ਕਰ ਹੀ ਜਾਏ। ਫਿਰ ਉਹ ਆ ਗਿਆ ਆਸ਼ਕ, ਅਵਾਰਾ ਤੇ ਨਸ਼ਈ ਮੁੰਡਿਆਂ ਦੀ ਗ੍ਰਿਫਤ ਵਿੱਚ। ਜਵਾਨੀ ਦੇ ਤਾਅ ਨੇ ਸੋਨਾ ਸੁੱਟਤਾ ਚਿੱਕੜ 'ਚ। ਟੀਚਰ ਤਕੜੀ ਪਾਰਟੀ ਲੈਂਦੇ ਜੀਤੇ ਤੋਂ। ਇੱਕ ਤਰ੍ਹਾਂ ਵੱਡੀ, ਕਿਸੇ ਤਰ੍ਹਾਂ 8ਵੀਂ 'ਚ ਹੋ ਗਿਆ। ਹੁਣ ਰਲ ਕੇ ਦੋਸਤਾਂ ਨਾਲ ਸਮੈਕ ਪੀਂਦਾ, ਚਰਸ, ਕਦੇ ਚਿੱਟਾ, ਬੀੜੀਆਂ ਪੀਂਦਾ, ਜਰਦਾ ਫੱਕਦਾ, ਨਸ਼ੇ ਦੀਆਂ ਗੋਲੀਆਂ ਚੱਬ ਜਾਂਦਾ ਮਖਾਣਿਆਂ ਵਾਂਗ। ਦੁੱਧ ਲੱਸੀ ਪੀਣ ਦੀ ਥਾਂ ਅੱਗ ਫੱਕਦਾ। ਅਧੀਆ ਪਊਆ ਸੁੱਕਾ ਹੀ ਛੜਾਕ ਜਾਂਦਾ।
ਬਿੰਦਰ ਬਚਪਨ ਤੋਂ ਹੀ ਹੁੰਦਾ ਤਾਪ ਭੁੱਸਦਾ ਮਾਰਿਆ, ਸੁਕੜੂ ਤੇ ਪਤਲਾ ਜਿਹਾ, ਖੇਤਾਂ 'ਚ ਗੱਡੇ ਡਰਨੇ ਵਰਗਾ, ਸਰੂਰ 'ਚ ਆ ਕੇ ਖੁੱਲਾ ਖਰਚਾ ਕਰਦਾ, ਯਾਰਾਂ ਜੁੱਟਾਂ ਤੋਂ ਫੂਕ ਦੇ ਹੀ ਰੱਖਦੇ ਖਾਣ ਪੀਣ ਵਾਲੇ। ਜਦੋਂ ਹੁੰਦਾ ਪੂਰਾ ਮਸਤ ਨਸ਼ੇ ਦੇ ਜਲਾਲ 'ਚ ਕੁੜੀਆਂ ਦਿਸਦੀਆਂ ਪਰੀਆਂ ਵਰਗੀਆਂ, ਹਰ ਕੁੜੀ ਹੀਰ ਜਾਪਦੀ। ਉਹ ਭਰ ਜਾਂਦਾ ਰੋਮਾਂਸ ਨਾਲ, ਸਰੀਰ 'ਚ ਫਿਰਦੀ ਇੱਕ ਸਵਾਦੀ ਲਹਿਰ ਆਉਂਦੀ, ਮਿੱਠੀ ਮਿੱਠੀ ਕੂਕੀ। 8ਵੀਂ 'ਚ ਲਾ ਕੇ 3 ਸਾਲ ਹਟ ਗਿਆ, ਯਾਰਾਂ ਦਾ ਪੱਕਾ ਯਾਰ ਹੋ ਗਿਆ। ਵੱਡੇ ਪਤਣੀ ਜਾ ਲੱਗਾ, 2-4 ਸਾਲਾਂ 'ਚ ਬਣ ਗਿਆ ਪੂਰਾ ਵੈਲੀ, ਪੱਕਾ ਅਮਲੀ। ਸਵੇਰੇ ਘਰੋਂ ਨਿਕਲਦਾ, ਡੂੰਘੀ ਸ਼ਾਮ ਪਰਤਦਾ, ਡਿੱਗਦਾ, ਲੜਖੜਾਉਂਦਾ, ਮਾਂ ਵਰਜਦੀ, ਮੱਤਾਂ ਦਿੰਦੀ, ਅੱਗੋਂ ਕੱਢਦਾ ਗਾਲਾਂ, ਕਦੇ ਡਰਾਵਾ ਦਿੰਦਾ, ਮਰ ਜਾਣਾ ਮੈਂ ਕੁਝ ਖਾ ਕੇ। ਡਰਦੀ ਮਾਂ ਕੁਸਕਦੀ ਨਾ। ਬਿੰਦਰ ਦੀ ਹੁਣ ਉਮਰ 40-45 ਦੇ ਗੇੜ 'ਚ। ਕਈ ਕੁੜੀ ਵਾਲੇ ਵੇਖਣ ਆਏ ਤੇ ਗਏ, ਰਿਸ਼ਤਾ ਪਰ ਕਿਸੇ ਨਾ ਕੀਤਾ। ਉਹ ਸ਼ਕਲੋਂ ਹੀ ਬਿਮਾਰੀ ਖਾਦਾ ਅਮਲੀ ਲੱਗਦਾ। ਜੀਤੋ ਅਜੇ ਵੀ ਰੀਝ ਕਰਦੀ, ਸੁਖਣਾ ਸੁੱਕਦੀ, ਹੱਥ ਜੋੜਦੀ ਰੱਬ ਅੱਗੇ ਕਿਤੇ ਉਹਦਾ ਪੁੱਤ ਵਿਆਹਿਆ ਜਾਏ, ਜੜ ਹਰੀ ਹੋ ਜਾਏ। ਪਰ ਮਾਂ ਪਹਿਲਾਂ ਹੀ ਛੱਡ ਗਈ ਸਾਥ। ਠੰਡ ਲੱਗੀ, ਅੱਧੀ ਰਾਤੀ ਰੋਟੀਆਂ ਪਕਾਉਂਦੀ ਨੂੰ, ਬਿੰਦਰ ਤੇ ਉਹਦੇ ਜੁੱਟਾਂ ਦੀਆਂ ਭਾਂਡੇ ਮਾਂਜਦੀ ਨੂੰ ਛਿੜਿਆ ਕਾਂਬਾ, ਵੱਜਣ ਲੱਗਾ ਦੰਦੋ ਡਿੱਕਾ। ਜਨਵਰੀ ਦੀ ਜਵਾਨ ਠੰਡ, ਨਮੂਨੀਆ ਹੋ ਗਿਆ ਰਾਤੋਂ ਰਾਤ। ਪਾਣੀ ਮੰਗਿਆ ਕਈ ਵਾਰ, ਅੱਗੋਂ ਕੋਈ ਬੋਲਿਆ ਹੀ ਨਾ। ਨਸ਼ਿਆਂ 'ਚ ਗੁੱਟ ਹੋਇਆ ਬਿੰਦਰ ਸੁੱਤਾ ਰਿਹਾ। ਸਵੇਰੇ ਉੱਠਦਾ ਹੀ ਚਲਾ ਗਿਆ ਬਾਹਰ ਨੂੰ, ਸਾਰਾ ਦਿਨ ਉਦਾਸ ਘਰ ਉਂਘਦਾ ਰਿਹਾ। ਮਰੀਅਲ ਜੀ ਧੁੱਪ ਖਿਲਰੀ ਵਿਹੜੇ 'ਚ। ਦਿਨ ਢਲੇ ਕੁੜੀ ਆਈ ਗੁਆਂਢੀਆਂ ਦੀ, ਕੋਈ ਚੀਜ਼ ਲੈਣ ਆਵਾਜ਼ਾਂ ਮਾਰਦੀ ਪਿਛਲੇ ਅੰਦਰ ਲੰਘ ਗਈ, ਰਜਾਈ ਚੁੱਕੀ, ਮੂੰਹ ਤੋਂ ਵੇਖਿਆ ਜੀਤੋ ਮਰੀ ਪਈ। ਕਿਸੇ ਜਾ ਦੱਸਿਆ ਬਿੰਦਰ ਨੂੰ, ਠੇਕੇ ਤੇ ਪਲਕੂ ਗੁੰਮ ਹੋ ਗਿਆ, ਅੰਦਰਲੀ ਪੀੜ ਦੇ ਜ਼ਖਮ ਪ੍ਰਗਟ ਹੁੰਦੇ ਚਿਹਰੇ ਤੋਂ। ਵਿਸਕੀ ਦੇ ਅੱਧੇ ਨੂੰ ਅੰਦਰ ਸੁੱਟਿਆ, ਬਦੋ-ਬਦੀ ਹੰਝੂ ਨਿਕਲ ਆਏ, ਤੁਰ ਪਿਆ ਘਰ ਨੂੰ ਨੀਵੀਂ ਪਾ ਕੇ। ਯਾਰ ਬੇਲੀ ਵੀ ਹੋ ਤੁਰੇ ਨਾਲ। ਮਰੀ ਮਾਂ ਨੂੰ ਵੇਖ ਕੇ ਬੜਾ ਰੋਇਆ, ਕਲਪਿਆ। ਮਾਂ ਹੀ ਉਹਦਾ ਸਭ ਕੁਝ ਹੁੰਦੀ ਸੀ, ਇੱਕੋ ਇੱਕ ਸਹਾਰਾ, ਰੋਟੀ ਦਾ ਆਸਰਾ, ਖਰਚ ਪੱਠੇ ਦਾ ਟਿਕਾਣਾ। ਸਰਪੰਚ ਨੇ ਫੌਰੀ ਫੋਨ ਕੀਤਾ, ਬਸੰਤ ਸਿੰਘ ਨੂੰ ਸਾਰੀ ਘਟਨਾ ਦੱਸੀ। ਉਸ ਅੱਗੋਂ ਕਿਹਾ ਜਲਦੀ ਕੀਤਿਆਂ ਵੀ ਆਇਆ ਨਹੀਂ ਜਾਣਾ, ਟਾਈਮ ਨਾਲ ਤੁਸੀਂ ਸੰਸਕਾਰ ਕਰ ਦਿਓ, ਸਾਰਾ ਹਿਸਾਬ ਦੇ ਦਿਓ ਮੈਂ ਆ ਕੇ। ਰਲ ਮਿਲ ਕੇ ਪਿੰਡ ਵਾਲਿਆਂ ਜੀਤੋ ਦਾ ਸੰਸਕਾਰ ਕਰਤਾ। 10 ਦਿਨਾਂ ਪਿੱਛੋਂ ਬਸੰਤ ਸਿੰਘ ਵੀ ਆ ਗਿਆ। ਬਿੰਦਰ ਦੇ ਸਿਰ ਤੇ ਜਿਵੇਂ ਪਹਿਰਾ ਲੱਗ ਗਿਆ, ਕੈਦੀਆਂ ਵਾਂਗ। ਪਿੰਡ ਦੇ ਵਿਰਲੇ ਟਾਵੇਂ ਔਰਤ ਮਰਦ ਕਰਨ ਆਉਂਦੇ, ਅਫਸੋਸ ਘੜੀ ਪਲ ਬੈਠ ਕੇ ਚਲੇ ਜਾਂਦੇ। ਭੋਗ ਪਾ ਕੇ ਵਿਹਲਾ ਹੋ ਗਿਆ ਬਸੰਤ ਸਿੰਘ। ਕਈ ਦਿਨ ਤਾੜਦਾ ਰਿਹਾ ਬਿੰਦਰ ਨੂੰ, ਪਰ ਕੋਈ ਖੋਟ ਨਜ਼ਰ ਨਾ ਆਈ। ਸਵੇਰੇ ਸ਼ਾਮੀ ਖੇਤਾਂ ਵੱਲ ਜ਼ਰੂਰ ਜਾਂਦਾ, ਫਿਰ ਸਾਰਾ ਦਿਨ ਰਹਿੰਦਾ ਘਰ ਹੀ। ਬਸੰਤ ਸਿੰਘ ਸੋਚਦਾ, ਸ਼ਰੀਕ ਸਾਲੇ ਝੂਠਾ ਹੀ ਭੌਂਕਦੇ ਹੁੰਦੇ ਆ, ਬਦਨਾਮ ਕਰਨ ਲਈ ਮੁੰਡਾ ਬਿਲਕੁਲ ਲੀਹ ਤੇ ਚਾਰਾ ਕਰਦਾ, ਸ਼ਾਇਦ ਕਿਤੇ ਤੁੱਕਾ ਅੜ ਜੇ, ਜੁਗਾੜ ਫਿੱਟ ਹੋ ਜੇ ਰੋਟੀ ਪੱਕਣ ਦਾ। ਕੀ ਪਤਾ ਸੀ ਬਸੰਤ ਸਿੰਘ ਨੂੰ ਬਿੰਦਰ ਨੇ ਕਰ ਲਿਆ ਹੋਇਆ ਸਟਾਕ ਜਮਾ ਇੱਕੋ ਵਾਰ, ਫੀਮ, ਕੈਪਸੂਲ, ਗੋਲੀਆਂ ਤੇ ਸ਼ਰਾਬ ਦਾ। ਉਹਦਾ ਜਿਗਰੀ ਯਾਰ ਲੰਬੜਾ ਦਾ ਗੋਰਾ ਦੇ ਜਾਂਦਾ ਸੀ, ਦੋਵੇਂ ਵੇਲੇ ਘਰ ਹੀ ਗੋਰਾ ਵੀ ਕਰਦਾ, ਸਾਰੇ ਨਸ਼ੇ। ਬਸੰਤ ਸਿੰਘ ਨੂੰ ਕੋਠੀ ਲੱਗਦੀ ਉਜਾੜ ਵਰਗੀ, ਨਾ ਦਿਸਦੀ ਕੋਈ ਔਰਤ, ਨਾ ਬੱਚਾ ਖੇਡਦਾ। ਕਬਰਾਂ ਵਰਗਾ ਘਰ, ਝੀਰੀ ਦੀ ਪੱਕੀ ਰੋਟੀ ਸਵਾਦ ਨਾ ਦਿੰਦੀ, ਘਰ ਵਰਗਾ, ਹੋਟਲ ਢਾਬੇ ਵਰਗੀ ਲੱਗਦੀ। ਸੋਚਦਾ ਕਿਸੇ ਤਰ੍ਹਾਂ ਵਿਆਹ ਕੀਤਾ ਜਾਏ ਬਿੰਦਰ ਦਾ। ਉਹ ਸਮਝਾਇਆ ਮੁੰਡੇ ਨੂੰ, ਅੰਮ੍ਰਿਤ ਛਕ ਲੈ, ਸ਼ਰਾਬ ਨੂੰ ਮਨੋਂ ਤਿਆਗ ਦੇ, ਦਾੜੀ ਸਿਰ ਮਨਾਉਣ ਵਾਲੇ ਨੂੰ ਰਿਸ਼ਤਾ ਨਹੀਂ ਕਰਦੇ ਲੋਕ, ਵਿਆਹ ਪਿੱਛੋਂ ਬੇਸ਼ੱਕ ਮਨਾ ਦੇ। ਬਿੰਦਰ ਬੋਲਿਆ ਨਹੀਂ। ਹੁੰਗਾਰਾ ਭਰੀ ਗਿਆ, ਸਿਰ ਮਾਰ ਕੇ ਵਿਆਹ ਦੇ ਨਾਂ ਤੋਂ ਜ਼ਰੂਰ ਤਰਬਕਿਆ, ਤਰੇਲੀ ਆ ਗਈ। ਮਜਬੂਰੀ 'ਚੋਂ ਸਿੰਘ ਸੱਜ ਗਿਆ। ਸੋਚਦਾ ਬੁੜੇ ਦਾ ਦਿਮਾਗ ਹਿੱਲ ਗਿਆ, ਇਸ ਉਮਰ 'ਚ ਭਲਾ ਕੌਣ ਕੁੜੀ ਦੇ ਦੂ ਮੈਨੂੰ, ਚਲੋ ਮਾਰ ਲੈ ਟੱਕਰਾਂ, ਨਾਰਾਜ਼ ਕਿਉਂ ਕਰਨਾ। ਤੇ ਬਸੰਤ ਸਿੰਘ ਨੇ ਹਮਲਾ ਮਾਰਿਆ ਤਕੜਾ, ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਨੂੰ ਕੀਤਾ ਹੱਥਾਂ ਹੇਠਾਂ। 4 ਦਿਨ ਹਵਾ ਲਵਾਈ, ਨੋਟਾਂ ਨੂੰ ਜ਼ੋਰ ਪਾਇਆ ਰਿਸ਼ਤੇ ਲਈ। ਆਖਿਆ ਕੋਈ ਅੜੀ ਥੋੜੀ ਹੋਵੇ, 1-2 ਬੱਚਿਆਂ ਵਾਲੀ ਵੀ ਚੱਲ ਜੂ, ਕਿਸੇ ਹੋਰ ਜਾਤ ਦੀ ਵੀ ਮਨਜ਼ੂਰ, ਬਸ ਔਰਤ ਹੋਵੇ। ਮਹੀਨੋਂ ਪਿੱਛੇ ਹੀ ਵਿਆਹ ਕੇ ਲੈ ਆਇਆ ਬਿੰਦਰ ਪਰੀਆਂ ਵਰਗੀ ਦਮੋਂ ਨੂੰ। ਬਿੰਦਰ ਨੂੰ ਫਸਿਆ ਵੇਖਿਆ ਖੁਦ ਨੂੰ ਬੜੇ ਸੰਘਰਸ਼ ਤੇ ਅਜੀਬ ਔਕੜ ਵਿੱਚ, ਜਿਹਨੂੰ ਆਖਦੇ ਲੋਕ ਮੁਕਲਾਵੇ ਵਾਲੀ ਰਾਤ, ਕਰਦੇ ਕੋਈ ਸ਼ਗਨ ਵਿਹਾਰ। ਉਹ ਰਾਤ ਲੱਗੀ ਖਾ ਜਾਣ ਵਾਲੀ ਡੈਣ, ਜਿਸਮ ਨਾਲ ਚੰਬੜ ਗਿਆ ਇੱਕ ਸਹਿਮ ਤੇ ਖਤਰਾ ਲੇ ਵਾਂਗ। ਖਾ ਲਈ ਹੋਈ ਨਸ਼ਿਆਂ ਨੇ ਮਰਦਾਨਗੀ, ਔਰਤ ਦੇ ਨਾਂ ਸੁਣਦਿਆਂ ਹੀ ਹੋ ਜਾਂਦਾ ਮਿੱਟੀ, ਝੱਗ ਵਾਂਗ ਬੈਠ ਜਾਂਦਾ ਅੰਗਾਂ ਦਾ ਅਕੜਾ ਤੇ ਤਪਸ਼। ਗੁੱਸਾ ਚੜ੍ਹਦਾ, ਖਿਝ ਆਉਂਦੀ। ਸ਼ਾਮ ਜਿਵੇਂ ਜਿਵੇਂ ਆਉਂਦੀ ਨੇੜੇ, ਉਹ ਹੋਈ ਜਾਵੇ ਬੇਚੈਨ ਤੇ ਪਰੇਸ਼ਾਨ, ਭੋਰਾ ਭੋਰਾ ਘੁਰਦਾ ਜਾਵੇ। ਘੜੀ ਮੁੜੀ ਠਿਮਣਾ ਦੇਵੇ ਨਸ਼ਿਆਂ ਦਾ, ਜੋਟੀਦਾਰ ਮਜ਼ਾਕ ਕਰਨ ਨੂੰ ਬਾਹਰੋਂ ਹੱਸੀ, ਅੰਦਰੋਂ ਰੋਵੇ। ਅੱਧੀ ਰਾਤ ਤੱਕ ਪੈਂਦੀ ਰਹੀ ਧੜਮੱਚ, ਉਸ ਬੇਸ਼ੁਮਾਰ ਹਾਸਿਆਂ ਦੇ ਝੁਰਮਟ ਵਿੱਚ ਵੀ ਧੁਖ ਰਹੀ ਹੁੰਦੀ ਏ ਹੀਣ ਭਾਵਨਾ ਬਿੰਦਰ ਅੰਦਰ। ਵਹੁਟੀ ਵੇਖਣ ਆਈਆਂ ਔਰਤਾਂ ਤੇ ਕੁੜੀਆਂ ਚਲੀਆਂ ਗਈਆਂ, ਬਹੁਤੀਆਂ ਸੜ ਬਲ ਗਈਆਂ ਵੇਖ ਕੇ। ਉਹਨਾਂ ਤਾਂ ਕਦੇ ਸੁਪਨੇ 'ਚ ਨਹੀਂ ਸੀ ਸੋਚਿਆ ਏਡੀ ਹਸੀਨ ਕੁੜੀ ਬਿੰਦਰ ਦੀ ਤੀਵੀਂ ਬਣ ਜਾਣ ਦਾ। ਜਨਵਰੀ ਦੀ ਘੁੱਪ ਹਨੇਰੀ ਰਾਤ, ਬਿੰਦਰ ਠੱਠੇ ਮਨ ਨਾਲ ਬਾਹਰ ਆਇਆ ਕਾਮਨ ਰੂਮ 'ਚੋਂ। ਸੀਤ ਬੁੱਲਾ ਹਵਾ ਦਾ ਭਿਆਨਕ ਸਵਾਲ ਵਾਂਗ ਵੱਜਾ ਮੂੰਹ ਤੇ। ਕਾਫੀ ਦੇਰ ਖੜਾ ਰਿਹਾ, ਸ਼ਰਮਿੰਦਗੀ ਦੇ ਜਾਲ 'ਚ ਫਸਿਆ।
ਅਖੀਰ ਡਰਦਾ ਝਕਦਾ ਗਿਆ ਅੰਦਰ। ਸੂਹੇ ਸੂਟ 'ਚ ਲਿਪਟੀ ਦਮੋ ਭੰਬੜ ਲੱਗੀ ਅੱਗ ਦਾ, ਹਰੀਆਂ ਨੀਲੀਆਂ ਲਾਟਾਂ ਦਾ ਅੰਬਾਰ। ਖੁਦ ਉਹ ਫਿਊਜ਼ ਬਲਬ ਧੜਕਦੇ ਦਿਲ ਨਾਲ ਹੋਰ ਨੇੜੇ ਗਿਆ। ਸਾਹੋ ਸਾਈ ਹੋਇਆ, ਮੁੜਕੇ ਨਾਲ ਧਰ। ਭੋਰਾ ਕੋ ਪਾਸਾ ਵੱਟ ਲਿਆ ਦਮੋ ਨੇ, ਘੁੰਡ ਨੀਵਾਂ ਕਰ ਲਿਆ। ਨਖਰੇ ਨਾਲ ਹੌਸਲਾ ਕਰਕੇ ਬਿੰਦਰ ਦੇ ਨੇ ਹੱਥ ਵਧਾਇਆ ਘੁੰਡ ਵੱਲ। ਬੇਜਾਨ ਕੰਬਦਾ ਹੱਥ ਚੁੱਕ ਨਾ ਸਕਿਆ ਘੁੰਡ ਨੂੰ। ਦਮੋ ਦੇ ਸੀਨੇ ਜਿਵੇਂ ਵੱਜੀ ਹੋਵੇ ਗੋਲੀ। ਜਿਸ ਮੁਟਿਆਰ ਦਾ ਮਰਦ ਚੁੱਕ ਨਾ ਸਕੇ ਘੁੰਡ ਵੀ, ਪਹਿਲੀ ਰਾਤ ਉਹਦੇ ਕੀ ਬੀਤਦੀ ਦਿਲ ਤੇ। ਇਸ ਦਰਦ ਦੀ ਪੀੜ ਨੂੰ ਮਹਿਸੂਸ ਕਰ ਸਕਦੀ ਹੈ ਸਿਰਫ ਉਹੀ ਮੁਟਿਆਰ ਜੋ ਇਸ ਚੋਂ ਲੰਘੀ ਹੋਵੇ। ਅਖੀਰ ਦਮੋ ਨੂੰ ਖੁਦ ਹੀ ਘੁੰਡ ਕਰਨਾ ਪਿਆ ਲੰਗਾਰ। ਸ਼ਗਨ ਦੇਣ ਲਈ ਬਿੰਦਰ ਨੇ ਕੱਢ ਕੇ 500 ਦਾ ਨੋਟ ਪਾਤਾ ਦਮੋ ਦੀ ਝੋਲੀ 'ਚ। ਉਹ ਤਾਂ ਮੱਚ ਗਈ ਪੈਟਰੋਲ ਵਾਂਗ। ਨੋਟ ਨਾਲ ਅਫੀਮ ਦਾ ਗੋਲਾ ਚੰਬੜਿਆ ਦਾ ਥਾਂ ਤੇ ਜੜ ਹੋ ਗਈ ਕੁੜੀ। ਕਮਰਾ ਕੰਬ ਕੇ ਭੁਚਾਲ ਵਾਂਗ ਜਿਵੇਂ ਉਲਟ ਗਿਆ ਹੋਵੇ। ਸ਼ਰਮਿੰਦਾ ਹੋ ਗਿਆ ਬਿੰਦਰ ਹੋਰ ਵੀ। ਇਸ ਵਕਤ ਉਹ ਇੱਥੇ ਹੁੰਦੀ ਵੀ ਨਹੀਂ, ਦੂਰ ਦੁਰਾਡੇ ਚਲੀ ਗਈ ਹੋਈ। ਸੋਚਾਂ ਦੀ ਤੰਦ ਦਿਲ ਹਾਜ਼ਰੀ ਭਰ ਰਿਹਾ ਹੁੰਦਾ। ਸੁੱਚੇ ਦੀ ਬੁੱਕਲ 'ਚ ਦਿਲ ਤੇ ਰੂਹ ਤੋਂ ਸਖਣਾ ਕਲਬੂਤ ਡੰਗ ਮਾਰਦਾ ਬਿੰਦਰ ਨੂੰ ਸੱਪ ਵਾਂਗ। ਏਡੀ ਹੁਸੈਨ ਕੁੜੀ ਉਹਨੇ ਵੇਖੀ ਨਹੀਂ ਹੁੰਦੀ ਅਜੇ ਤੱਕ। ਥੋੜਾ ਸਮਾਂ ਸ਼ਬਦ ਗੂੰਗੇ ਦੇ ਕੰਨ ਬੋਲੇ ਹੋ ਗਏ। ਸਹਿਮ ਕੇ ਰਾਤ ਸੁੰਗੜ ਦੀ ਨਸ਼ਿਆਂ ਦਾ ਰੋਲਿਆ ਭੰਨਿਆ ਬਿੰਦਰ ਅੱਖਾਂ ਮੀਟਣ ਲੱਗ ਪਿਆ। ਦਮੋ ਦੀ ਹੋਸ਼ ਪਰਤੀ। ਤੁਸੀਂ ਤਾਂ ਠੀਕ ਨਹੀਂ ਲੱਗਦੇ, ਇੰਨੀ ਠੰਡ 'ਚ ਤਰੇਲੀਆਂ ਆਈ ਜਾਣ ਬਿੰਦਰ ਨੂੰ। ਨਹੀਂ ਬਸ ਥਕੇਵਾਂ, ਫਿਕਰ। ਬੋਲ ਡੁੱਬੇ ਹੋਏ ਸ਼ਰਮ 'ਚ ਕੁਝ ਨਸ਼ੇ। ਰਜਾਈ 'ਚ ਹੋ ਜਾਓ, ਸੰਨ ਹੋ ਜੂ ਕਹਿ ਕੇ ਦਮੋ ਕੰਧ ਵੱਲ ਸਰਕ ਗਈ। ਬਿੰਦਰ ਵੜ ਗਿਆ ਅੱਗ ਦੀ ਰਜਾਈ 'ਚ ਬਰਫ਼ ਦੇ ਬੁੱਤ ਵਾਂਗ। ਦਮੋ ਨੇ ਭਾਰੇ ਕੱਪੜੇ ਲਾ ਕੇ ਟੰਗ ਦਿੱਤੇ ਕੀਲੀ ਤੇ। ਲਾਈਟ ਬੰਦ ਕਰਕੇ ਪੈ ਗਈ ਬਿੰਦਰ ਨਾਲ। ਫਿਰ ਤਰਬ ਕੇ ਬੈਠ ਗਈ। ਇਹ ਤਾਂ ਸੌਂ ਵੀ ਗਿਆ। ਬਰਫ਼ ਹੋ ਗਿਆ ਜਵਾਨੀ ਦਾ ਤਾ। ਉਹਦੇ ਅੰਦਰਲਾ ਸਹਿਮ ਫੈਲ ਗਿਆ ਅਸਮਾਨ ਤੱਕ। ਘੋਰ ਉਦਾਸ ਹੋ ਗਈ। ਭਵਿੱਖ ਦੇ ਲੰਗਾਰਾਂ ਦੀਆਂ ਟਾਕੀਆਂ ਖਿਲ ਰਹੀਆਂ ਦਿਸੀਆਂ। ਚਾਰ ਚੁਫੇਰੇ ਜਿਹੜਾ ਨਿਭ ਨਹੀਂ ਸਕਿਆ ਪਹਿਲੀ ਰਾਤ, ਜੀਵਨ ਦੇ ਬਿਖੜੇ ਪੈਂਡਿਆਂ 'ਚ ਕਿੰਨਾ ਕੁ ਸਾਥ ਦਊ। ਉਹਨੇ ਮਕਲਾਵੇ ਵਾਲੀ ਰਾਤ ਨੂੰ ਮੋਈ ਰਾਤ ਦੀ ਲਾਸ਼ ਸਮਝ ਲਿਆ। ਹੰਝੂਆਂ 'ਚੋਂ ਝਾਤ ਮਾਰੀ ਸੁੱਚੇ ਨੇ ਦਿੱਤਾ ਹੌਸਲਾ। ਸੀਰਤ ਦੀ ਯਾਦ ਦਿਲ ਦੀ ਨੁੱਕਰ 'ਚ ਸਹਿਮ ਗਈ। ਸਾਰੀ ਰਾਤ ਕੌਂਦੇ ਰਹੇ ਮਾਰੂ ਦੰਦੇ ਸੋਚਾਂ ਦੇ। ਪਾਣੀ ਪੀ ਪੀ ਠਾਰਦੀ ਰਹੀ ਸੁਲਗਦੀ ਸਰੀਰ ਦੀ ਅਵੱਲੀ ਅੱਗ ਨੂੰ। ਸੋਚਦੀ ਮਰਜ਼ੀ ਦਾ ਸਾਥੀ ਨਾ ਹੋਵੇ, ਦਿਲ ਨੂੰ ਤਸੱਲੀ ਨਾ ਜਿਸਮ ਨੂੰ ਜਾਂਦਾ ਏ ਬੰਦਾ ਉਜਾੜ ਵਸਦੀ ਦੁਨੀਆ 'ਚ। ਰੂਹ ਛੂੰਹਦਾ ਸਾਥ ਹੋਵੇ, ਸਾਹਾਂ ਦੀ ਸਾਂਝ ਦੀ ਸੰਤੁਸ਼ਟੀ ਹੋਵੇ। ਆਦਮੀ ਟੱਪ ਜਾਂਦਾ ਪਹਾੜ, ਨਦੀਆਂ, ਭੁੱਖਾਂ, ਤ੍ਰਿਹਾਇਆਂ ਵੀ। ਚੀਜ਼ਾਂ ਵੀ ਲੱਗਦੀਆਂ ਨੇ ਦਿਸਣ ਸੁੰਦਰ, ਜਿਵੇਂ ਦੀਆਂ ਅਸੀਂ ਚਾਹੁੰਦੇ ਹਾਂ। ਉਸ ਪਲ ਮਹਿਸੂਸ ਹੋਇਆ ਦਮੋ ਨੂੰ ਜਿਵੇਂ ਹੋਵੇ ਉਹ ਨਸ਼ਾ ਭੰਗ ਦਾ, ਜਿਹਦਾ ਲੈਣ ਲਈ ਸਰੂਰ ਪੈਂਦਾ ਹੀ ਕਰਨਾ ਬੜਾ ਤਰੱਦਦ। ਉਬਾਲਣਾ, ਸੁਕਾਉਣਾ, ਕੁੰਡੇ ਡੰਡੇ ਨਾਲ ਰਗੜਨਾ, ਵਿੱਚ ਪਾਉਂਦੇ ਪਈ ਕਈ ਚੀਜ਼ਾਂ, ਬਦਾਮ, ਪਿਸਤਾ, ਖਸਖਸ, ਖੰਡ। ਨਸ਼ਾ ਤਿੱਖਾ ਕਰਨ ਲਈ, ਔਰਤ ਨੂੰ ਮਗਾਉਣ ਭਖਾਉਣ ਵਾਂਗੇ। ਖੁਮਾਰੀ ਨੂੰ ਮਾਨਣ ਲਈ ਡੰਡਾ ਕੁੰਡਾ ਨਹੀਂ ਹੈਗਾ ਬਿੰਦਰ ਕੋਲ। ਨੌਜਵਾਨ ਮੁੰਡਾ ਜਾਂ ਕੁੜੀ ਹਮੇਸ਼ਾ ਤਰਸਦੇ ਨੇ ਵਿਰੋਧੀ ਲਿੰਗ ਲਈ। ਤਰਸੇਵਾਂ ਐਸਾ ਹੁੰਦਾ ਹੈ ਜੋ ਖੌਲਦੇ ਪਾਣੀ ਵਾਂਗ ਲੂਹ ਦਿੰਦਾ ਹੈ ਦੋਵਾਂ ਦੇ ਦਿਲਾਂ ਨੂੰ। ਰਾਤ ਦੀ ਨਮੋਸ਼ੀ ਦੀ ਮਾਰ ਕੇ ਬੁੱਕਲ ਤੜਕੇ ਬਿੰਦਰ ਚਲਾ ਗਿਆ ਬਾਹਰ ਨੂੰ। ਦਿਨ ਚੜ ਗਿਆ। ਮਸੀਂ ਕੱਪੜੇ ਪਾਏ ਨਿਢਾਲ ਹੋਏ ਦਮੋ ਨੇ ਸੋਚੀ ਡੁੱਬੀ ਜਾ ਖਲੋਤੀ ਸ਼ੀਸ਼ੇ ਅੱਗੇ। ਨੈਣ ਸੁਰਖ, ਰੰਗ ਜ਼ਰਦ, ਲੋਹੇ ਦੇ ਸਪਰਿੰਗਾਂ ਵਾਂਗ ਗੱਲਾਂ 'ਚ ਖੁੱਭਦੇ। ਨਿਰਾਸ਼ ਜ਼ੁਲਫਾਂ ਦੇ ਕੁੰਡਲ, ਮੱਥੇ ਦੀ ਬਿੰਦੀ ਬਣੀ ਹੋਈ ਗੋਲਾ ਅੱਗ ਦਾ। ਚਿਹਰੇ ਤੇ ਦਾਗ, ਨਾ ਬੁੱਲਾਂ ਤੇ ਕੋਈ ਚਟਾਕ, ਨਾ ਕੋਈ ਵੰਗ ਟੁੱਟੀ, ਨਾ ਵਾਲ ਖਿਲਰੇ। ਦਿਲ ਕੀਤਾ ਮੂੰਹ ਨੋਟ ਸੁੱਟੇ ਟੱਕਰਾਂ ਮਾਰੇ। ਦਮੋ ਸੋਚਦੀ ਮਰਦ ਕਦੇ ਨਹੀਂ ਮਹਿਸੂਸ ਕਰਦਾ ਔਰਤ ਦੀ ਸੰਤੁਸ਼ਟੀ ਨੂੰ। ਉਹਨੂੰ ਹੁੰਦਾ ਮਤਲਬ ਕੇਵਲ ਆਪਣੀ ਅੱਗ ਦੀ ਠਾਰ ਭੰਨਣ ਨਾਲ। ਉਹਨੂੰ ਕਿਹਾ ਜਾਂਦਾ ਕੁੱਤੀ ਕੰਜਰੀ ਵੇਸਵਾ। ਇਸ ਅੱਗ ਨਾਲ ਤਾਂ ਅੜਿੰਗਣ ਲੱਗ ਪੈਂਦੇ ਪਸ਼ੂ ਵੀ। ਰੌਲਾ ਨਹੀਂ ਪਾ ਸਕਦੀ ਔਰਤ। ਮਹੀਨਾ ਲੰਘ ਗਿਆ। ਬੱਦਲ ਆਉਂਦੇ ਗੱਜਦੇ ਵਰੀ, ਪਰ ਛਿੱਟ ਨਾ ਸੜਦੀ ਭੁੱਜਦੀ ਦਮੋ ਦੀ ਧਰਤੀ ਤੇ। 9ਵਾਂ ਅੰਗ ਚੱਲਦਾ। ਮਹੀਨਾ ਲੰਘ ਗਿਆ। ਬੱਦਲ ਆਉਂਦੇ ਗੱਜਦੇ ਵਰੀ, ਪਰ ਛਿੱਟ ਨਾ ਸੜਦੀ ਭੁੱਜਦੀ ਦਮੋ ਦੀ ਧਰਤੀ ਤੇ। ਸਰੀਰ, ਦਿਲ, ਰੂਹ ਦਮੋ ਸੁੱਚੇ ਦਾ ਸਮਝਦੀ, ਪਰ ਮਜਬੂਰ ਹੋਈ ਹਾਲਤਾਂ ਦੀ ਸੋਚ ਰੱਖਦੀ। ਜਿਹਨੇ ਮੇਰਾ ਤਾਰਿਆ ਮੁੱਲ, ਉਹਦਾ ਹੱਕ ਅਦਾ ਕਰਨਾ ਬਣਦਾ। ਰੂਹ ਬਗੈਰ ਤਾਂ ਸਰੀਰ ਹੁੰਦਾ ਹੈ ਮਾਸ ਦਾ ਢੇਰ, ਸੜੀ ਗਲੀ ਲਾਸ਼। ਮੁਰਦੇ ਨਾਲ ਖੇਡ ਲਏ ਕੋਈ ਵੀ, ਕੀ ਫਰਕ ਪੈਂਦਾ ਹੈ? ਇਹ ਬੰਦਾ ਤਾਂ ਖੁਦ ਜਿਉਂਦੀ ਲਾਸ਼ ਏ। ਮੁਰਦੇ ਨਾਲ ਲਾਸ਼ ਕਿਵੇਂ ਖੇਡ ਸਕਦੀ ਹੈ? ਪਾਣੀ ਨਾਲ ਪਾਣੀ ਟਕਰਾਇਆ ਕਦੇ ਅੱਗ ਕਦੇ ਨਹੀਂ ਮੱਚਦੀ। ਅੱਗ ਨਾਲ ਅੱਗ ਭਿੜੇ ਦੂਣੀ ਅੱਗ ਭੜਕਦੀ ਹੈ। ਕਈ ਨਸ਼ਿਆਂ ਨਾਲ ਫੁੱਲ ਹੋ ਕੇ ਬਿੰਦਰ ਜਾਂਦਾ ਦਮੋ ਕੋਲ। ਉਹ ਤਾਂ ਲੱਗਦੀ ਬ੍ਰਸਟ ਸਟੇਨ ਦਾ
ਸਰੀਰ ਆਖਾ ਨਾ ਮੰਨਦਾ, ਸੌਂ ਜਾਂਦਾ ਸ਼ਰਮਿੰਦਾ ਹੋਇਆ ਕਰਕੇ ਉਸ ਵੱਲ ਪਿੱਠ। ਦਿਨੇ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਮੱਥੇ ਨਾ ਲੱਗੇ ਦਮੋਂ ਦੇ। ਪਿਆਲੇ ਦੇ ਯਾਰਾਂ ਕੋਲ ਫੜਾ ਮਾਰਦਾ ਝੂਠੀਆਂ। ਬਿੰਦਰ ਦੇ ਇੰਨੇ ਗਰਕੇ ਹੋਣ ਦਾ ਕੋਈ ਇਲਮ ਨਹੀਂ ਹੁੰਦਾ ਉਹਨਾਂ ਨੂੰ। ਜਦੋਂ ਤੱਕ ਮਰਦ ਕਰ ਨਹੀਂ ਸਕਦਾ ਵਸ 'ਚ ਕਿਸੇ ਤੀਵੀਂ ਦੇ ਦਿਲ ਦੇ ਵੇਗ ਤੇ ਵਾਸਨਾ ਨੂੰ, ਉਹਨੂੰ ਤਾਂ ਸੁਪਨਾ ਵੀ ਨਹੀਂ ਲੈਣਾ ਚਾਹੀਦਾ ਕਦੇ ਵਿਆਹ ਦਾ। ਜਦੋਂ ਉਹਦੀ ਤੀਵੀਂ ਨੂੰ ਮਿਲ ਜਾਂਦੀ ਹੈ ਕਿਸੇ ਹੋਰ ਮਰਦ ਦੀ ਮਰਦਾਊਪੁਣੇ ਨਾਲ ਡਕਾ ਡਕ ਭਰੀ ਛੂ, ਜਾਗ ਉੱਠਦੀ ਹੈ ਉਹਦੀ ਸੁੱਤੀ ਚੇਤਨਾ। ਉਦੋਂ ਉਹਨੂੰ ਪਹਿਲੇ ਮਰਦ ਚੋਂ ਮਿਲੀ ਅਰਧ ਸੰਤੁਸ਼ਟੀ, ਬੇਮੇਜ ਸ਼ਾਂਤੀ ਤੇ ਨਾ ਮਾਤਰ ਖੁਸ਼ੀ ਜਾਪਦੀ ਹੈ ਤੁੱਛ। ਦਮੇ ਨੂੰ ਤਾਂ ਬਿੰਦਰ ਰੂਪੀ ਬਰਫ਼ ਵਰਗੇ ਜੁੱਲੇ ਨੂੰ ਵਗਾ ਮਾਰ ਕੇ ਬਹੁਤ ਚਿਰ ਪਹਿਲਾਂ ਦਾ ਹੋ ਜਾਣਾ ਚਾਹੀਦਾ ਸੀ ਕਿਸੇ ਪੂਰੇ ਮਰਦ ਦੀ। ਸਰਦੀ ਗਈ, ਗਰਮੀ ਆ ਗਈ, ਅੱਗ ਦਾ ਇੱਕ ਹੋਰ ਲਿਬਾਸ ਪੈ ਗਿਆ ਦਮੋਂ ਦੇ ਗਲ। ਹਰ ਵਕਤ ਹਰ ਪਲ ਸੁੱਚਾ ਬੜਾ ਯਾਦ ਆਉਂਦਾ। ਕਈ ਵਾਰ ਸੋਚਦੀ, ਤੜਫਦੀ, ਮਨ ਨੂੰ ਪਰੇਸ਼ਾਨ ਕਰਦੀ ਕਿਤੇ ਉਹ ਮੂੰਹ ਖੋਰਾ ਗਵਾਚ ਨਾ ਜਾਏ ਮਨ ਦੇ ਹਨੇਰਿਆਂ ਵਿੱਚ ਹੀ। ਉਹਦੀ ਯਾਦ ਨੂੰ ਕੁੱਟ-ਕੁੱਟ ਸਾਂਭ-ਸਾਂਭ ਰੱਖਦੀ ਕੀਮਤੀ ਸ਼ੈ ਵਾਂਗ। ਸੋਚਦੀ ਉਹ ਤਾਂ ਕੱਢ ਦਿੰਦਾ ਸੀ ਅੰਗਾਂ 'ਚੋਂ ਅੱਗ, ਔਂਤਰੀ ਗਿੱਲੀ ਸਲਾਬੀ ਲੱਕੜ ਧੁਖੇ ਨਾ ਬਲੇ। ਬਸੰਤ ਸਿਉਂਦੀ ਕਰਦੀ ਬੜੀ ਸੇਵਾ, ਖਿਆਲ ਰੱਖਦੀ ਉਹਦੀ ਹਰ ਲੋੜ ਦਾ। ਉਹਨੂੰ ਤਾਂ ਇੰਨੀ ਆਸ ਨਹੀਂ ਹੁੰਦੀ ਮੁੱਲ ਦੀ ਤੀਵੀਂ ਤੇ, ਪਰ ਦਮੋਂ ਦੇ ਸੁਚੱਜੇ ਵਿਹਾਰ ਨੇ ਉਹਨੂੰ ਕੀਲ ਲਿਆ। ਦਮੋਂ ਵਿਹਲੀ ਹੁੰਦੀ, ਵਰਤਮਾਨ ਨੂੰ ਸ਼ਿੰਗਾਰ ਲੈਂਦੀ, ਬੀਤ ਗਏ ਹੁਸੀਨ ਪਲਾਂ ਨਾਲ ਸੁੰਦਰ ਯਾਦਾਂ ਨੂੰ ਸਜਾ ਲੈਂਦੀ ਦਿਲ ਦੇ ਸੁਨਹਿਰੀ ਫਰੇਮ 'ਚ। ਪੰਧ ਖੋਟਾ ਹੋ ਜਾਂਦਾ ਆਸਾਨੀ ਨਾਲ। ਪਿਓ ਦਾ ਖਿਆਲ ਕਰਕੇ ਉਬਲ ਪੈਂਦੀ ਕ੍ਰੋਧ ਨਾਲ। ਸੀਰਤ ਯਾਦ ਆਉਂਦਾ ਤਾਂ ਅੱਖਾਂ ਭਰ ਲੈਂਦੀ, ਹੂਕ ਉੱਠਦੀ ਦਿਲ 'ਚੋਂ। ਪਤਾ ਨਹੀਂ ਕੋਈ ਸੰਭਾਲਦਾ ਵੀ ਹੋਊ ਕਿ ਨਾ। ਰੇਖਾ ਆਉਂਦੀ ਸਾਹਮਣੇ, ਭਿਅੰਕਰ ਖੌਫ ਦੀ ਸਿਆਹੀ ਫਿਰ ਜਾਂਦੀ ਚਿਹਰੇ ਤੇ। ਕਿਤੇ ਮੇਰੇ ਵਾਂਗ ਪਾਪਾ ਉਹਨੂੰ ਵੀ। ਧੰਨਵਾਦ।